पद पंकज बंदन पद पंकज बंदन सिमरौ श्री अंगद दुख निकंदन। गुरु अमरदास हृदय नित ध्यावौ हृदय नित ध्यावौ। श्री गुरु रामदास गुण गावौ। गुरु अर्जन विघ्नन के नाशक विघ्नन के नाशक। हर गोविंद शुभ सुमत प्रकाशक। श्री हर राय नमो कर जोरी नमो कर जोरी। श्री हर कृष्ण मनाए बहोरी। गुरु तेग बहादुर परम कृपाला परम कृपाला। श्री गुरु गोबिंद सिंह विशाला। धरम धरा पर पुन पुन सीसा पुन पुन सीसा। बंदौ बार बार जगदीसा। दोहरा जिसमें अमृत ज्ञान है माणक भक्त बैराग। श्री गुरु ग्रंथ साहिब उदद बंदों कर अनुराग। एक अंकारा सदगुरु ते प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। दोहरा श्री अर्जन के साथ तब मिलन हित हित तार। त्यार नारायण दास पा गन बस तुन संभार। सतगुरु जी दी साजी निवाजी परम सन्मान योग गुरु खालसा साध संगत जीओ। फतेह गजाओ वाहिगुरु जी का खालसा वाहिगुरु जी की फतेह। सो साध संगत जी आप सारे ही बड़भागे हो जिथे अकाल पुरख वाहिगुरु पार ब्रह्म परमेश्वर दे सरगुण स्वरूप दसवें गुरु नानक श्री गुरु गोबिंद सिंह साहिब जी महाराज ने धर्म चलावन संत उबारन दुष्ट सवन को मूल उपारन दे वास्ते अवतार धारिया। अपना आप प्रकाश किया उस महान पवित्र अस्थान तखत श्री हरमंदर जी पटना साहिब दे सचखंड दरबार दियाँ हाजरियाँ भरदे होए अपना लोक परलोक सुहेला बना रहे हो। कलगीधर दशमेश पिता जी दियाँ खुशियाँ प्राप्त कर रहे हो। यही वड्डियां भागां दी निशानी है अते ये सब सतगुरु महाराज जी की बख्शिश रहमत का सदका है। सो साध संगत जी इस समय
ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੌਥੀ ਰਾਸ ਚੱਲ ਰਹੀ ਹੈ। ਕੱਲ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਿਵਾਹ ਵਾਸਤੇ ਮੁਖੀ ਸਿੱਖ ਆਪਣੇ ਵੱਡੇ ਭਰਾਤਾ ਮਹਾਦੇਵ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਲੰਗਾ ਪਿਰਾਣਾ, ਬਿਧੀ ਚੰਦ, ਭਾਈ ਜੇਠਾ ਜੀ, ਇਹ ਸਾਰੇ ਮੁਖੀ ਸਿੱਖ ਬਰਾਤ ਦੇ ਨਾਲ ਚੱਲ ਰਹੇ ਹਨ। ਬਾਂਕੇ ਨੌਜਵਾਨ ਖਡੂਰ ਸਾਹਿਬੋਂ, ਗੋਇੰਦਵਾਲ ਸਾਹਿਬੋਂ, ਮਊ ਪਿੰਡ ਤੋਂ, ਗੁਰੂ ਸਾਹਿਬ ਜੀ ਦੇ ਸਹੁਰੇ ਪਿੰਡੋਂ ਵੀ ਆਏ ਹਨ। ਸਾਰੇ ਬਰਾਤ ਚੜ੍ਹ ਕੇ ਹਰਿਮੰਦਰ ਸਾਹਿਬ ਵਿਖੇ ਨਮਸਕਾਰ ਕਰਕੇ ਅਰਦਾਸ ਬੇਨਤੀ ਕਰਕੇ ਬਰਾਤ ਚੜ੍ਹੀ ਹੈ। ਪਹਿਲਾਂ ਖਡੂਰ ਸਾਹਿਬ ਪੁੱਜੀ, ਉੱਥੇ ਬਾਬਾ ਦਾਤੂ ਜੀ ਨੇ ਬੜੀ ਸੇਵਾ ਕੀਤੀ, ਅੰਨ ਜਲ ਛਕਾਇਆ, ਵਿਸ਼ਰਾਮ ਕਰਾਇਆ। ਫਿਰ ਗੋਇੰਦਵਾਲ ਸਾਹਿਬ ਗਏ, ਬਾਬਾ ਮੋਹਨ ਜੀ ਦੇ ਨਾਲ ਮਿਲ ਕੇ ਸੰਵਾਦ ਕੀਤਾ, ਬਚਨ ਬਿਲਾਸ ਕਰਕੇ ਵਿਦਾ ਹੋ ਕਰਕੇ ਉੱਥੋਂ ਚੱਲੇ ਔਰ ਸੁਲਤਾਨਪੁਰ ਪੁੱਜੇ। ਸਾਹਿਬਜ਼ਾਦੇ ਨੂੰ ਉਸ ਅਸਥਾਨ ਦੇ ਦਰਸ਼ਨ ਕਰਾਏ ਸਭ ਸਿੱਖ ਸੰਗਤਾਂ ਨੂੰ, ਜਿੱਥੇ ਬਾਬੇ ਨਾਨਕ ਨੇ ਦਾਤਨ ਕਰਕੇ ਗੱਡੀ ਸੀ। ਉਹ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਉੱਥੋਂ ਦਾ ਮਹੱਤਮ ਦੱਸਿਆ। ਫਿਰ ਜਿੱਥੇ ਮੋਦੀ ਖਾਨਾ ਵਿਚਕਾਰ ਕਰਦੇ ਰਹੇ ਉਹ ਅਸਥਾਨ ਦਿਖਾਇਆ। ਸਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਸਥਾਨਾਂ 'ਤੇ ਜਿੱਥੇ ਜਿੱਥੇ ਕੌਤਕ ਕੀਤੇ ਉਹ ਸਿੱਖ ਸੰਗਤਾਂ ਨੂੰ, ਬਰਾਤੀਆਂ ਨੂੰ ਸਭ ਦੱਸ ਕੇ ਉੱਥੋਂ ਫਿਰ ਜਦੋਂ ਡੱਲੇ ਪਿੰਡ ਆਏ, ਅੱਧਾ ਉਹ ਜਦੋਂ ਬਾਕੀ ਰਹਿ ਗਿਆ ਉੱਥੇ ਉਤਾਰਾ ਕੀਤਾ, ਡੇਰਾ ਕੀਤਾ। ਡੱਲਾ ਨਿਵਾਸੀ ਭਾਈ ਪਾਰੋ ਦੀ ਹੰਸ ਬੰਸ ਚੋਂ ਭਾਈ ਨਾਰਾਇਣ ਦਾਸ, ਜਿਨ੍ਹਾਂ ਦੀ ਸਪੁੱਤਰੀ ਸਤਿਕਾਰਯੋਗ ਮਾਤਾ ਦਮੋਦਰੀ ਜੀ ਦੇ ਨਾਲ 6ਵੇਂ ਪਾਤਸ਼ਾਹ ਜੀ ਦਾ ਵਿਵਾਹ ਹੋਣਾ ਹੈ, ਖਬਰ ਸੁਣੀ। ਸਭ ਤਿਆਰੀ ਕਰਕੇ ਔਰ ਗੁਰੂ ਸਾਹਿਬ ਜੀ ਦੇ ਅਗਵਾਈ ਵਾਸਤੇ ਘੋੜੇ 'ਤੇ ਸਵਾਰ ਹੋ ਕੇ ਆਪਣੇ ਭਰਾਵਾਂ ਸੰਬੰਧੀਆਂ ਨੂੰ ਨਾਲ ਲੈ ਕਰਕੇ ਸਤਿਕਾਰ ਦੇ ਸਹਿਤ ਭੇਟਾਵਾਂ ਲੈ ਕੇ ਆ ਰਹੇ ਹਨ। ਅੱਜ ਦੇ ਪ੍ਰਕਰਨ ਅੰਦਰ ਜਿਸ ਤਰ੍ਹਾਂ ਭਾਈ ਨਾਰਾਇਣ ਦਾਸ ਡੱਲਾ ਨਿਵਾਸੀ ਗੁਰੂ ਸਾਹਿਬ ਜੀ ਦੇ ਨਾਲ ਮਿਲਣੀ ਦੀ ਰਸਮ ਕਰੇਗਾ, ਉਹ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ। ਆਓ ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸੀਰੀ ਅਰਜਨ ਕੇ ਸਾਥ ਤਬ ਮਿਲਨ ਹੇਤ ਹਿਤ ਧਾਰ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਮਿਲਣੀ ਕਰਨ ਵਾਸਤੇ ਡੱਲਾ ਨਿਵਾਸੀ ਭਾਈ ਨਾਰਾਇਣ ਦਾਸ ਬਹੁਤ ਹੀ ਪ੍ਰੇਮ ਧਾਰ ਕੇ ਤਿਆਰ ਨਾਰਾਇਣ ਦਾਸੇ ਭਾ ਗਨ ਵਸਤੁਨ ਸੰਭਾਰ। ਸਾਰੀਆਂ ਵਸਤੂਆਂ ਜੋ ਮਿਲਣੇ ਦੇ ਸਮੇਂ ਚਾਹੀਦੀਆਂ ਹਨ ਸਭ ਸਾਂਭ ਕਰਕੇ ਆਪਣੇ ਭਾਈ ਬੰਧੂ ਸੰਬੰਧੀਆਂ ਦੇ ਨਾਲ ਅੱਗੇ ਆਏ। ਚੋਪਈ ਜਰੇ ਜੀਨ ਬਾਜੀ ਚਪਲਾਵਤ। ਜੜਾਊ ਜੀਨ
ਪਾਈ ਹੋਈ ਹੈ ਜਿਸ ਘੋੜੇ ਦੇ ਉੱਪਰ ਘੋੜੇ ਨੂੰ ਚਪਲਾਉਂਦੇ ਹੋਏ। ਗਰੇ ਬਿਭੂਖਣ ਸੋਭ ਬੜਾਵਤ, ਜਿਸ ਨੂੰ ਸਿੰਗਾਰਿਆ ਹੋਇਆ ਗਹਿਣਿਆਂ ਦੇ ਨਾਲ ਉਹ ਘੋੜਾ ਬਹੁਤ ਸ਼ੋਭਾ ਵਧਾ ਰਿਹਾ ਹੈ। ਬਸਤਰ ਰੇਸ਼ਮੀ ਛਾਦਨ ਕੀਨੇ, ਰੇਸ਼ਮੀ ਵਸਤਰਾਂ ਦੇ ਨਾਲ ਘੋੜੇ ਨੂੰ ਢੱਕਿਆ ਹੋਇਆ ਹੈ। ਗਹੇ ਲਗਾਮ ਨਾ ਥਿਰ ਥਾਲੀਨੇ, ਲਗਾਮ ਫੜਿਆ ਵੀ ਉਹ ਸਥਿਰ ਨਹੀਂ ਹੁੰਦਾ, ਬੜਾ ਚੰਚਲ ਘੋੜਾ ਹੈ। ਲੇਬ ਹੋ ਬੋਲੇ ਲਲਤ ਦੁਕੂਲ, ਬਹੁਤ ਸੁੰਦਰ ਦੁਕੂਲ ਦੁਪੱਟਾ ਲੈ ਕਰਕੇ ਗਲ ਵਿੱਚ। ਸ੍ਰੀ ਸਤਿਗੁਰ ਕੇ ਹੋਏ ਅਨਕੂਲ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਨੁਕੂਲ ਹੋ ਕਰਕੇ। ਉਪਰ ਧਰ ਕਰ ਗਨ ਦੀਨਾਰੂ, ਔਰ ਭੇਟਾਵਾਂ ਦੇ ਉੱਪਰ ਦੀਨਾਰ ਆਦਿਕ ਰੱਖ ਕਰਕੇ। ਲੈ ਕਰ ਸੰਗ ਨਰਨ ਪਰਵਾਰੂ, ਭਾਈ ਨਾਰਾਇਣ ਦਾਸ ਆਪਣੇ ਪਰਿਵਾਰਾਂ ਸੰਗੀਆਂ ਸਾਥੀਆਂ ਸੰਬੰਧੀਆਂ ਨੂੰ ਨਾਲ ਲੈ ਕੇ। ਬੰਧਪ ਸਖਾ ਸਹਤ ਸਮਦਾਊ, ਸਖਾ ਬੰਧੂ ਭਾਈ ਸਾਰੇ ਹੀ ਨਾਲ ਹਨ। ਚਲਿਓ ਨਾਰਾਇਣ ਦਾਸ ਅਗਾਊ, ਭਾਈ ਨਾਰਾਇਣ ਦਾਸ ਮਿਲਣੀ ਕਰਨ ਵਾਸਤੇ ਅੱਗੇ ਚੱਲੇ। ਸ੍ਰੀ ਅਰਜਨ ਸਨਮੁਖ ਤੇ ਸਮੋ, ਉਸ ਸਮੇਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਨਮੁਖ ਖੜੇ ਸਨ। ਆਏ ਮਿਲਿਓ ਕਰ ਵੇਚੇ ਨਮੋ, ਆ ਕਰਕੇ ਪਹਿਲਾਂ ਤਾਂ ਸਰਦਾ ਭਾਵਨਾ ਦੇ ਨਾਲ ਨਿਮਰਤਾ ਸਹਿਤ ਨਮਸਕਾਰ ਕੀਤੀ। ਹੁਤੋ ਗੁਰਸਿੱਖ ਤੇ ਸਮਝਾਇਬ, ਉੱਥੇ ਜਿਹੜੇ ਸਿਆਣੇ ਸਿੱਖ ਸਨ ਉਹਨਾਂ ਨੇ ਸਮਝਾਉਣਾ ਕੀਤਾ। ਪੂਜਾ ਪਸਾਰ ਮਿਲੋ ਗਰ ਲਾਇਬ, हे ਭਾਈ ਨਾਰਾਇਣ ਦਾਸ ਬਾਹ ਫੈਲਾ ਕਰਕੇ ਪੂਜਾ ਪਸਾਰ ਕਰਕੇ ਗਲੇ ਮਿਲਣਾ ਕਰ। ਸਮ ਸਮਧੀ ਇਸ ਸਮੈ ਬਨੰਤੇ, ਤੁਸੀਂ ਇਸ ਸਮੇਂ ਗੁਰੂ ਸਾਹਿਬ ਜੀ ਦੇ ਸਮਧੀ ਕੁੜਮ ਬਣ ਰਹੇ ਹੋ। ਰਾਉ ਰੰਕ ਕੈਸੇ ਸੁਹਵੰਤੇ, ਸੋ ਊਚ ਨੀਚ ਰਾਉ ਰੰਗ ਦਾ ਕੋਈ ਭੇਦ ਨਹੀਂ ਇਸ ਸਮੇਂ। ਵਿਆਹ ਆਦ ਮਹਿ ਕਰ ਸਭ ਕੋ, ਵਿਆਹ ਆਦਿਕਾਂ ਦੇ ਸਮੇਂ ਸਭ ਕੋਈ ਇਸੇ ਤਰ੍ਹਾਂ ਮਿਲਣੀ ਕਰਦੇ ਹਨ। ਲਾਜ ਛੋਰ ਕਰੀ यह व्यवहारे, और लोग लाज छड़ करके और निम्रता से सहित गुरु अर्जन देव महाराज जो थोड़े कुड़म हन गले लग के मिलनी करो। सुनत नारायण दास बखाना, और बुजुर्ग सिखा पासों सियाने सिखा पासों सुन के भाई नारायण दास जी यूं बोले। मैं कैसे कर इनहु समाना, कि मैं किमें बराबरी करा, मैं इन्हां दे समान किमें हो सकदा हां। लोक परलोक सहायक स्वामी, लोक परलोक दे सहायक हन मालक हन। तीन पवन पत अंतर जामी, तिन्ना लोकां दे मालक अंतरजामी सतगुरु जी हन। इनके दास दास को दासा, मैं तां गुरु साहिब जी दे दासां दा दास हां। किम समता कर होए हासा, मैं किमें बराबरी करा, किमें सन्मुख हो के गले लगा। लोग हासी करनगे, किथे नारायण दास किथे तिन्ना लोकां दे मालक सतगुरु अर्जन देव महाराज हन। लोग हसणगे। इम कह करी अकोर अगारी, एवं मन विच विचार करके भेटा अगे कीती। वरे चरण पर निरहंकारी, निरहंकार हो करके हंकार तो रहत हो करके चरना ते ढह पए भाई नारायण दास। श्री अर्जन समधि लख पाऊ, सतगुरु अर्जन देव जी महाराज अपने कुड़म भाई नारायण दास दा प्रेम देख के पकर उठाए लियो गर लाऊ, और बाहां तो फड़ के ऊंचा चौक करके गले लगा लिया। सन्मान्यो सब महलख प्रीत, और सारियां दे विच बहुत सन्मान कीता प्रीति जान करके। हेर हेर सिख सब विस्मावह, देख देख के इस कौतक नूं सारे सिख हैरान हुंदे हन। धन नारायण दास अलावह, सारे डल्ले पिंड दे सिख जड़े हन
ਭਾਈ ਨਰਾਇਣ ਦਾਸ ਨੂੰ ਧੰਨ ਧੰਨ ਆਖਦੇ ਹਨ। ਆਦਰ ਅਧਿਕ ਗੁਰੂ ਕੇ ਜਾਹੀ, ਜਿਸ ਭਾਈ ਨਰਾਇਣ ਦਾਸ ਦਾ ਬੜਾ ਆਦਰ ਸਨਮਾਨ ਕੀਤਾ ਗੁਰੂ ਸਾਹਿਬ ਜੀ ਨੇ, ਲਗਿਓ ਕਰੇ ਇਹ ਸਮ ਕੋ ਨਾਹੀ। ਔਰ ਇਹ ਗੁਰੂ ਸਾਹਿਬ ਜੀ ਦੇ ਗਲੇ ਲੱਗ ਕੇ ਇਸ ਨੇ ਮਿਲਣੀ ਕੀਤੀ ਹੈ, ਇਸ ਦੇ ਸਮਾਨ ਹੋਰ ਕੋਈ ਦੂਜਾ ਨਹੀਂ ਹੈ। ਇਮ ਮਿਲਨੀ ਕਰ ਘਰੋਂ ਸਿਧਾਰਾ, ਇਉਂ ਮਿਲਣੀ ਕਰਕੇ ਕੁੜਮਾਚਾਰੀ ਦੀ ਰਸਮ ਨਿਭਾ ਕਰਕੇ ਘਰ ਨੂੰ ਚੱਲੇ। ਸਿਰ ਗੁਰ ਜਨ ਵਾਸੇ ਭਗਤਾਰਾ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਰਾਤੀਆਂ ਨੂੰ ਨਾਲ ਲੈ ਕੇ ਜਨਵਾਸੇ ਵਿੱਚ ਆ ਗਏ। ਲਾਵਾ ਲੈਨ ਸਮੈ ਤਬ ਆਇਓ, ਜਿਸ ਵੇਲੇ ਲਾਵਾਂ ਲੈਣ ਦਾ ਸਮਾਂ ਆਇਆ, ਭੇਜਿਓ ਮਨੁਜ ਨਾਰਾਇਣ ਦਾਸ। ਭਾਈ ਨਾਰਾਇਣ ਦਾਸ ਨੇ ਬਰਾਤੀਆਂ ਨੂੰ ਸੱਦਣ ਵਾਸਤੇ ਲਾਵਾਂ ਦਾ ਸਮਾਂ ਜਾਣ ਕਰਕੇ ਮਨੁੱਖ ਭੇਜਿਆ। ਲਾਵਾ ਹਿਤ ਕਰੀਐ ਆਗਵਨੂ, ਔਰ ਹੇ ਮਹਾਰਾਜ ਲਾਵਾਂ ਵਾਸਤੇ ਤੁਸੀਂ ਆਉਣਾ ਕਰੋ ਨਾਰਾਇਣ ਦਾਸ ਦੇ ਗ੍ਰਹਿ ਵਿਖੇ। ਮੈਂ ਤਿਆਰੀ ਜੁਤ ਸਥਿਤ ਭਵਨੂ, ਔਰ ਨਾਰਾਇਣ ਦਾਸ ਆਪਣੇ ਘਰ ਵਿੱਚ ਸਥਿਤ ਹਨ, ਤਿਆਰ ਹਨ, ਔਰ ਲਾਵਾਂ ਵਾਸਤੇ ਸਭ ਤਿਆਰੀ ਕਰ ਲਈ ਹੈ। ਜਬ ਜਨਵਾਸ ਵਿਖੈ ਸੁਧ ਆਈ, ਜਦੋਂ ਜਨਵਾਸ ਵਿੱਚ ਜਿੱਥੇ ਬਰਾਤੀ ਠਹਿਰੇ ਸਨ ਉੱਥੇ ਜਨਵਾਸ ਵਿਖੇ ਜਦੋਂ ਖਬਰ ਪੁੱਜੀ, ਹਨੇ ਡਾਂਕੀ ਸਭ ਬਾਜੀ ਬਜਾਈ, ਔਰ ਡੰਕੇ ਡਫਲੀ ਸਾਰੇ ਸਾਜ਼ ਬਾਜ ਬਜ ਉੱਠੇ। ਲਖ ਦੁੰਦਬ ਬੜ ਧੋਸ ਤੁੰਕਾਰੀ, ਛੋਟੇ ਵੱਡੇ ਧੌਂਸੇ ਵੱਜਣ ਲੱਗੇ, ਬੜੀ ਆਵਾਜ਼ ਹੋਣ ਲੱਗੀ। ਤੁਰਰੀ ਮੁਰਲ ਨਫੀਰ ਸੰਭਾਰੀ, ਤੁਰਰੀ ਮੁਰਲੀ ਨਫੀਰੀਆਂ ਇਹ ਸਭ ਸਾਜ਼ ਬਾਜ ਵੱਜਣ ਲੱਗੇ। ਵਟਹਿ ਪਣਵ ਬੜ ਢੋਲ ਬਜਾਏ, ਛੋਟੇ ਢੋਲ ਵੱਡੇ ਢੋਲ ਵੱਜਦੇ ਹਨ। ਸੁਨਤ ਉਠੇ ਤਤ ਛਿਨ ਸਮੁਦਾਏ, ਜਦੋਂ ਢੋਲ ਦੀ ਆਵਾਜ਼ ਸੁਣੀ ਸਾਰੇ ਬਰਾਤੀ ਗੁਰੂ ਸਾਹਿਬ ਜੀ ਦੇ ਨਾਲ ਉੱਠ ਖੜੇ ਹੋਏ। ਦੂਲੋਹ ਸ੍ਰੀ ਹਰਿ ਗੋਬਿੰਦ ਚੰਦ, ਦੂਲੋ ਜੋ ਲਾੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ। ਗੁਰ ਨੰਦਨ ਸੁੰਦਰ ਸੁਖ ਕੰਦ, ਸੁੱਖਾਂ ਦੇ ਮੁੱਢ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਾੜੇ ਬਣੇ ਹੋਏ ਬਹੁਤ ਸੋਭ ਰਹੇ ਹਨ। ਮਹਾਦੇਵ ਬ੍ਰਿਧ ਗੁਰ ਅਰਦਾਸ, ਇੱਧਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾਤਾ ਮਹਾਦੇਵ ਜੀ, ਭਾਈ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਆਦਿਕ। ਉਮਰ ਸਹੋ ਸਾਲੋ ਗੁਰ ਪਾਸ, ਭਾਈ ਉਮਰ ਸਾਹਿਬ, ਭਾਈ ਸਾਲੋ ਮਸੰਦ ਜੋ ਸਭ ਤੋਂ ਵੱਡਾ ਮਸੰਦ ਹੈ, ਇਹ ਸਾਰੇ ਤਿਆਰ ਹੋਏ। ਲੈ ਗਮਨੇ ਸਭ ਹਿਨ ਕੋ ਸੰਗ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਸਾਰਿਆਂ ਨੂੰ ਭਰਾਵਾਂ ਸਿੱਖਾਂ ਨੂੰ ਨਾਲ ਲੈ ਕੇ ਚੱਲੇ। ਹਿਤ ਲਾਵਾਂ ਕੇ ਚਲੇ ਉਮੰਗ, ਬਹੁਤ ਉਤਸ਼ਾਹ ਧਾਰ ਕੇ ਉਮੰਗ ਧਾਰ ਕੇ ਲਾਵਾਂ ਲੈਣ ਵਾਸਤੇ ਚੱਲੇ। ਬਾਜਤ ਬਾਜਤ ਜਾਤ ਅਗਾਰੀ, ਅੱਗੇ ਅੱਗੇ ਬਾਜੇ ਵੱਜਦੇ ਜਾ ਰਹੇ ਹਨ। ਕੀਰਤ ਭਾਟ ਨਕੀਬ ਉਚਾਰੀ, ਜਿਹੜੇ ਨਕੀਬ ਹਨ ਉਹ ਅੱਗੇ ਅੱਗੇ ਗੁਰੂ ਸਾਹਿਬ ਜੀ ਦਾ ਜਸ ਕਰਦੇ ਜਾ ਰਹੇ ਹਨ। ਆਤ ਪਤਰ ਦੂਲੋਹ ਪਰ ਫਿਰਹੀ, ਔਰ ਆਦ ਪੱਤਰ ਗੁਰੂ ਸਾਹਿਬ ਲਾੜਾ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ ਤੇ ਉਹਨਾਂ ਦੇ ਸਿਰ ਉੱਪਰ ਆਦ ਪੱਤਰ ਨਾਮ ਛਤਰ ਝੁੱਲ ਰਿਹਾ ਹੈ। ਚਮਰ ਚਾਰ ਸਤਿਗੁਰ ਪਰ ਟੁਰਹੀ, ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਉੱਪਰ ਚੌਰ ਢੁੱਲ ਰਿਹਾ ਹੈ। ਮਹਦ ਕੁਲਾਹਲ ਸਭ ਮੈਂ ਹੋਵਾ, ਸਾਰਿਆਂ ਦੇ ਵਿੱਚ ਬਹੁਤ ਕੁਲਾਹਲ ਹੋਇਆ। ਸੁਨ ਬਾਦਤ ਕੀ ਧੁਨ ਇੱਕ ਵਾਰੀ, ਸਾਰੇ ਸਾਜ਼ ਬਾਜ ਦੀ ਇੱਕੋ ਵਾਰੀ ਬਹੁਤ ਤੇਜ਼ ਧੁਨੀ ਹੋਈ। ਵਿਪਰਮ ਭਇਓ ਸਭਿਨ ਮਨ ਨਾਰੀ, ਬਾਜਿਆਂ ਦੇ ਵੱਜਣ ਦੀ ਬਹੁਤ ਉੱਚੀ ਆਵਾਜ਼ ਸੁਣੀ ਜਿਸ ਵੇਲੇ ਇਸਤਰੀਆਂ ਨੇ ਸਭ ਬੇਭਰਮ। ਔਰ ਇਸ ਤਰ੍ਹਾਂ ਜਦੋਂ ਅਚਾਨਕ ਖੁਸ਼ੀ ਦੇ ਮੌਕੇ ਤੇ ਜਦੋਂ ਬਰਾਤ ਆਉਂਦੀ ਹੈ, ਢੁਕਾ ਹੁੰਦਾ ਹੈ, ਔਰ ਆਵਾਜ਼ ਸੁਣ ਕਰਕੇ ਇਸਤਰੀਆਂ ਛੇਤੀ ਛੇਤੀ ਤਿਆਰ ਹੁੰਦੀਆਂ, ਬੇਭਰਮ ਹੋ ਜਾਂਦੀਆਂ ਹਨ, ਉਲਟੇ ਪੁਲਟੇ
ਗਹਿਣੇ ਵਸਤਰ ਪਾਉਣ ਲੱਗ ਜਾਂਦੀਆਂ ਹਨ। ਕਰਤ ਸਿਗਰਤਾ ਚੜੀ ਅਟਾਰੀ। ਆਵਾਜ਼ ਸੁਣ ਕਰਕੇ ਬਾਜਿਆਂ ਦੀ ਸਿਗਰਤਾ ਦੇ ਨਾਲ ਅਟਾਰੀ ਤੇ ਚੜ ਗਈਆਂ ਇਸਤਰੀਆਂ। ਚੜੀ ਗਗਨ ਪੁਨ ਹਟ ਕਰ ਆਈ। ਔਰ ਇੱਧਰ ਜੋ ਮਤਾਵੀ ਫੁਲਕਾਰੀ ਇਹ ਸਾਰੇ ਪਟਾਕੇ ਜਿਹੜੇ ਚੱਲ ਰਹੇ ਹਨ, ਪਹਿਲਾਂ ਤਾਂ ਗਗਨ ਆਕਾਸ਼ ਵਿੱਚ ਜਾਂਦੇ ਹਨ, ਫਿਰ ਹੇਠਾਂ ਆ ਜਾਂਦੇ ਹਨ। ਜਨ ਤਾਰੇ ਟੂਟਤ ਚਮਕੰਤੇ। ਜਿਵੇਂ ਤਾਰਾ ਟੁੱਟਦਾ ਹੈ ਤੇ ਚਮਕਦਾ ਹੈ, ਇਸ ਤਰ੍ਹਾਂ ਪਟਾਕੇ ਜਿਹੜੇ ਹਨ ਪਹਿਲਾਂ ਉੱਪਰ ਜਾਂਦੇ ਹਨ, ਫਿਰ ਪ੍ਰਕਾਸ਼ ਕਰਕੇ ਹੇਠਾਂ ਡਿੱਗ ਪੈਂਦੇ ਹਨ। ਭਇਓ ਪ੍ਰਕਾਸ਼ ਆਕਾਸ਼ ਦਿਖੰਤੇ। ਆਕਾਸ਼ ਦੇ ਵਿੱਚ ਬਹੁਤਾ ਹੀ ਪ੍ਰਕਾਸ਼ ਦੇਖੀਦਾ ਹੈ। ਟੁੱਟਤੇ ਬਾਰੂਦ ਪਰੇ ਗਜ ਘੋਰੇ। ਔਰ ਪਟਾਕਿਆਂ ਦੇ ਹਾਥੀ ਘੋੜੇ ਬਣੇ ਹੋਏ ਹਨ, ਜਿਨ੍ਹਾਂ ਵਿੱਚ ਬਰੂਦ ਭਰੇ ਹੋਏ ਹਨ। ਇਤ ਉਤ ਜਰਤ ਬੇਗ ਸੋਤੇ ਦੋਰੇ। ਜਦੋਂ ਅੱਗ ਲਗਾਈ ਜਾਂਦੀ ਹੈ ਤੇ ਪਟਾਕੇ ਦੇ ਹਾਥੀ ਘੋੜੇ ਹਨ, ਬਹੁਤ ਤੇਜ਼ ਗਤੀ ਦੇ ਨਾਲ ਦੌੜਦੇ ਹਨ। ਚਾਦਰ ਚਾਰ ਛੁਟਤ ਫੁਲਵਾਈ। ਔਰ ਪਟਾਕਿਆਂ ਦੀਆਂ ਚਾਦਰਾਂ ਔਰ ਫੁਲਵਾਰੀ ਆਦਿ ਇਹ ਸਭ ਪਟਾਕੇ ਛੁੱਟਦੇ ਹਨ। ਦੇਖਤ ਲੋਕ ਹਸਤ ਹਰ ਖਾਈ। ਔਰ ਪਟਾਕਿਆਂ ਦਾ ਨਜ਼ਾਰਾ ਦੇਖ ਕੇ ਲੋਕ ਬਹੁਤ ਹੱਸਦੇ ਹਨ, ਖੁਸ਼ ਹੁੰਦੇ ਹਨ। ਦੇਵ ਦੇਵਨੀ ਦਾਰੁਣ ਬਨੇ। ਪਟਾਕਿਆਂ ਦੇ ਜਿੱਥੇ ਹਾਥੀ ਘੋੜੇ ਬਣੇ ਹਨ, ਦੇਵ ਦੇਵਨੀਆਂ ਵੀ ਬਣੇ ਹਨ। ਟੁੱਟਤ ਬਿਲੋਕਤ ਮਾਨਵ ਕਨੇ। ਉਹਨਾਂ ਭਿਆਨਕ ਦੇਵ ਦੇਵਨੀਆਂ ਜੋ ਪਟਾਕੇ ਦੇ ਬਣੇ ਹੋਏ ਹਨ ਦੇਖ ਕਰਕੇ ਬੜੇ ਹੈਰਾਨ ਹੁੰਦੇ ਹਨ ਲੋਕ। ਅਧਿਕ ਕੁਲਾਹਲ ਹਰਖਤ ਹੋਵਾ। ਬਹੁਤ ਕੁਲਾਹਲ ਤੇ ਬਹੁਤ ਖੁਸ਼ੀ ਹੋਈ। ਜਰੈ ਮਤਾਬੀ ਅਦਭੁਤ ਜੋਵਾ। ਜੋ ਮਤਾਵੀ ਜਲਦੀ ਹੈ, ਬਹੁਤ ਅਦਭੁਤ ਨਜ਼ਾਰਾ ਹੈ। ਭਇਓ ਪ੍ਰਕਾਸ਼ ਸਭਿਨ ਮੈਂ ਐਸੇ। ਸਾਰਿਆਂ ਦੇ ਵਿੱਚ ਬਰਾਤੀਆਂ ਸਰਾਤੀਆਂ ਦੇ ਵਿੱਚ ਇੰਨਾ ਤੇਜ ਪ੍ਰਕਾਸ਼ ਹੋਇਆ। ਬਿਨਾ ਤੇਜ ਤੇ ਬਾਸੁਰ ਜੈਸੇ। ਬਿਨਾ ਸੂਰਜ ਦੇ ਪ੍ਰਕਾਸ਼ ਤੋਂ ਦਿਨ ਵਰਗਾ ਚਾਨਣਾ ਹੋ ਗਿਆ। ਮਨ ਹੋ ਮਤਾਬੀ ਪਾਏ ਬਹਾਨਾ। ਕਵੀ ਜੀ ਬਹੁਤ ਸੁੰਦਰ ਅਲੰਕਾਰ ਬੰਦ ਰਹੇ ਹਨ। ਮਾਨੋ ਮਤਾਬੀ ਨੇ ਬਹਾਨਾ ਪਾ ਕੇ ਗੁਰੂ ਪ੍ਰਕਾਸ਼ ਦਿਖਾਏ ਮਹਾਨਾ। ਗੁਰੂ ਸਾਹਿਬ ਜੀ ਦਾ ਤੇਜ ਪ੍ਰਕਾਸ਼ ਦਿਖਾਉਣਾ ਚਾਹੁੰਦੀ ਹੈ। ਇਸ ਪ੍ਰਕਾਸ਼ ਮਹਿ ਦੂਲੋ ਦੇਖੈ। ਔਰ ਉਸੇ ਤੇਜ ਪ੍ਰਕਾਸ਼ ਵਿੱਚ ਇਸਤਰੀਆਂ ਨੇ ਦੂਲੋ ਲਾੜੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੇਖਣਾ ਕੀਤਾ। ਬਾਰ ਬਾਰ ਬਲਿਹਾਰ ਵਿਸੇਖੈ। ਸਭ ਇਸਤਰੀਆਂ ਬਾਰੰਬਾਰ ਬਲਿਹਾਰ ਜਾਂਦੀਆਂ ਹਨ। ਚੰਦਰਮਾ ਸਰੀਖੇ ਚਿਹਰੇ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁੰਦਰ ਮੁਖੜੇ ਨੂੰ ਦੇਖ ਕੇ ਬਲਿਹਾਰ ਜਾਂਦੀਆਂ ਹਨ। ਕੋਠਣ ਚੜੀ ਨਿਹਾਰਹਿ ਤਾਰਾ। ਕੋਠਿਆਂ ਦੇ ਉੱਪਰ ਚੜ ਕੇ ਇਸਤਰੀਆਂ ਦੇਖਦੀਆਂ ਹਨ। ਸ੍ਰੀ ਅਰਜਨ ਕੋ ਕਰਹਿ ਜੁਹਾਰਾ। ਕੋਠੇ ਤੇ ਚੜ ਕਰਕੇ ਇਸਤਰੀਆਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਰਹੀਆਂ ਹਨ। ਸਨੈ ਸਨੈ ਦੇਖਤ ਦਿਖਰਾਵਤ। ਹੌਲੀ ਹੌਲੀ ਆਪ ਦੇਖਦੀਆਂ ਦੂਜੇ ਇਸਤਰੀਆਂ ਨੂੰ ਦਿਖਾਉਂਦੀਆਂ ਹਨ। ਸਿਮਧੀ ਸਦਨ ਸਤ ਗੁਰੂ ਜਾਵਤ। ਔਰ ਸਮਧੀ ਜੋ ਕੁੜਮ ਹਨ, ਸਾਰੇ ਜਗਤ ਦੇ ਪੂਜਨੀਕ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨਾਰਾਇਣ ਦਾਸ ਡੱਲਾ ਨਿਵਾਸੀ ਦੇ ਘਰ ਜਾਂਦੇ ਹਨ। ਬੜਵਾ ਪਰ ਸ੍ਰੀ ਹਰਿ ਗੋਬਿੰਦ। ਚੰਚਲ ਘੋੜੇ ਦੇ ਉੱਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਾੜਾ ਰੂਪ ਵਿੱਚ ਸੁਭਾਇਮਾਨ ਹੋ ਰਹੇ ਹਨ। ਗਏ ਸਸੁਰ ਕੇ ਸਦਨ ਆਨੰਦ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਹੁਰੇ ਦੇ ਘਰ ਗਏ। ਆਪਨ ਆਏ ਨਾਰਾਇਣ ਦਾਸ ਅਗਾਰੇ। ਨਾਰਾਇਣ ਦਾਸ ਜੀ ਆਪ ਚੱਲ ਕੇ ਅੱਗੇ ਆਏ। ਲੇਤ ਪਰਵੇਸਿਓ ਅੰਤਰ ਦਵਾਰੇ। ਸਤਿਕਾਰ ਦੇ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ। ਸਭ ਬਰਾਤੀਆਂ ਨੂੰ ਲਾੜੇ ਦੇ ਸਹਿਤ ਘਰ ਦੇ ਅੰਦਰ ਲੈ ਗਏ। ਗਨ ਬੰਧਪ ਤਿਥ ਦੇਖਨ ਕਾਖੀ। ਔਰ ਜਿਤਨੇ ਵੀ ਸੰਬੰਧੀ ਹਨ, ਪਥਕ ਰਾਹੀ ਮੁਸਾਫਰ, ਸਭ ਹੈਰਾਨੀ ਦੇ ਨਾਲ ਦੇਖ ਰਹੇ ਹਨ ਕਿ ਇਹ ਅਦਭੁਤ ਵਿਆਹ ਹੋ ਰਿਹਾ ਹੈ। ਪਰੋ ਹੇਰ ਸ੍ਰੀ ਗੁਰ ਆਗਵਨੂ। ਜਦੋਂ
ਲੜਕੀ ਵਾਲਿਆਂ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਆਏ ਹਨ। ਸਭ ਆਗੇ ਦੂਲੋ ਦੁੱਤ ਗਰਭ ਨੂੰ। ਸਾਰਿਆਂ ਤੋਂ ਅੱਗੇ, ਬਰਾਤੀਆਂ ਤੋਂ ਅੱਗੇ, ਸਭ ਤੋਂ ਅੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਅਸਵਾਰ ਜਾ ਰਹੇ ਹਨ। ਸਾਦਰ ਸਗਰੇ ਕਰੇ ਬਿਠਾਵਨ। ਸਾਦਰ ਪੂਰਵਕ ਭਾਈ ਨਾਰਾਇਣ ਦਾਸ ਜੀ ਨੇ ਸਾਰਿਆਂ ਨੂੰ ਲਾੜੇ ਦੇ ਸਹਿਤ ਸਭ ਬਰਾਤੀਆਂ ਨੂੰ ਬਿਠਾਇਆ। ਤਬ ਦੁਲਹਨ ਟਿਕ ਆਨ ਬਿਠਾਈ। ਜਦੋਂ ਲਾਵਾਂ ਦਾ ਸਮਾਂ ਹੋਇਆ ਉਸ ਵੇਲੇ ਦੁਲਹਨ ਨੂੰ, ਲਾੜੀ ਨੂੰ ਸਤਿਕਾਰਯੋਗ ਮਾਤਾ ਦਮੋਦਰੀ ਜੀ ਨੂੰ ਪਾਸ ਬਿਠਾਇਆ। ਬਰ ਬਰ ਸੰਗ ਫੇਰ ਕਰ ਫੇਰੇ। ਉਸ ਸਮੇਂ ਔਰ ਲਾਵਾਂ ਹੋਈਆਂ, ਫੇਰੇ ਹੋਏ। ਪਾਨ ਗ੍ਰਹਣ ਕੀ ਨਸ ਤਿਸ ਬੇਰੇ। ਉਸ ਸਮੇਂ ਸ਼ੋਭਾਨੰਦ ਕਾਰਜ ਹੋਇਆ। ਮਿਲ ਸੁਰ ਬਧੂ ਕਰੇ ਛਲ ਬੈਸਾ। ਇੱਧਰ ਦੇਵਤੇ ਤੇ ਦੇਵਤਿਆਂ ਦੀਆਂ ਬਹੁਟੀਆਂ ਛਦਮ ਵੇਸ ਧਾਰ ਕਰਕੇ ਆਨ ਪ੍ਰਵੇਸੀ ਰੂਪ ਸੋ ਬੈਸਾ। ਔਰ ਆਣ ਕਰਕੇ ਸਾਰੇ ਦੇਵਤੇ ਦੇਵੀਆਂ ਸਭ ਛਦਮ ਰੂਪ ਧਾਰ ਕਰਕੇ ਨਾਰਾਇਣ ਦਾਸ ਡੱਲਾ ਨਿਵਾਸੀ ਦੇ ਘਰ ਵਿੱਚ ਬੈਠ ਗਏ। ਸਤਿਗੁਰ ਮੰਗਲ ਅਧਿਕ ਵਧਾਵੈ। ਔਰ ਸਭ ਕੋਈ ਦੇਵਤੇ ਦੇਵੀਆਂ ਸਭ ਮੰਗਲਾਚਾਰ ਵਧਾ ਰਹੇ ਹਨ। ਘਰ ਤੇ ਆਪਨ ਪੋ ਸਫਲ ਵਿਸਾਲਾ। ਸਭ ਦੇਵੀ ਦੇਵਤੇ ਆਪਣੇ ਆਪ ਨੂੰ ਸਫਲ ਕਰ ਰਹੇ ਹਨ। ਤ੍ਰਿਆ ਨਾਰਾਇਣ ਦਾਸ ਸੁਜਾਨੀ। ਔਰ ਨਾਰਾਇਣ ਦਾਸ ਡੱਲਾ ਨਿਵਾਸੀ ਦੀ ਧਰਮ ਪਤਨੀ ਬਿਨ ਜਾਣੇ ਸਗਰੀ ਸਨਮਾਨੀ। ਜੋ ਬਹੁਤ ਚਤੁਰ ਸਿਆਣੀ ਹੈ, ਧਰਮ ਪਤਨੀ ਭਾਈ ਨਾਰਾਇਣ ਦਾਸ ਦੀ, ਉਹ ਬਿਨਾਂ ਜਾਣੇ ਹੀ ਉਹ ਜਾਣ ਨਾ ਸਕੀ ਕਿ ਦੇਵੀ ਦੇਵਤੇ ਹਨ। ਛਦਮ ਰੂਪ ਧਾਰ ਕੇ, ਛਲ ਰੂਪ ਧਾਰ ਕਰਕੇ ਆਏ ਹਨ ਔਰ ਸੇਵਾ ਕਰ ਰਹੇ ਹਨ, ਮੰਗਲਾਚਾਰ ਕਰ ਰਹੇ ਹਨ, ਸਾਰਿਆਂ ਦਾ ਸਨਮਾਨ ਕੀਤਾ। ਬ੍ਰਿੰਦ ਮੇਲ ਕਰ ਬਿਖੈ ਸਕੇਲਾ। ਔਰ ਘਰ ਦੇ ਵਿਹੜੇ ਵਿੱਚ ਬਹੁਤ ਸਾਰੇ ਮੇਲੀਆਂ ਲਾਗੀਆਂ ਦਾ ਇਕੱਠ ਸੀ, ਬਰਾਤੀਆਂ ਦਾ ਇਕੱਠ ਸੀ। ਤਿਨ ਮੈਂ ਤੇ ਜਾਣ ਸਹਿਤ ਮੇਲਾ। ਔਰ ਭਾਈ ਨਾਰਾਇਣ ਦਾਸ ਦੀ ਧਰਮ ਪਤਨੀ ਨੇ ਜਾਣਿਆ ਕਿ ਇਹ ਸਭ ਲਾਗੀ ਮੇਲੀ ਹੋਣਗੇ, ਰਿਸ਼ਤੇਦਾਰ ਸੰਬੰਧੀ ਹੋਣਗੇ। ਸੁਰ ਨਰ ਬੇਸ ਧਾਰ ਸਮੁਦਾਏ। ਜਿਤਨੇ ਵੀ ਦੇਵੀ ਦੇਵਤੇ ਹਨ ਮਨੁੱਖੀ ਸਰੀਰ ਧਾਰ ਕਰਕੇ ਆਏ ਹਨ। ਮਿਲੇ ਆਨਬੋ ਸੇਵ ਕਮਾਏ। ਆ ਕਰਕੇ ਔਰ ਹਰ ਤਰ੍ਹਾਂ ਦੀ ਸੇਵਾ ਨਿਭਾਉਣ ਲੱਗੇ। ਜਥਾ ਜੋਗ ਸ੍ਰੀ ਅਰਜਨ ਤਹਾਂ। ਔਰ ਜਥਾ ਜੋਗ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਿਓ ਦਰਬ ਹਰ ਖੇ ਜਹ ਕਹਾ। ਜਿੱਥੇ ਕਿਥੇ ਖੁਸ਼ੀ ਦੇ ਨਾਲ ਸਾਰਿਆਂ ਨੂੰ ਬਹੁਤਾ ਧਨ ਦੇਣਾ ਕੀਤਾ। ਕਿਤਕ ਸਰਾਹੈ ਧਰ ਤਰ ਪਾਉ। ਕਿਤਨੇ ਹੀ ਪ੍ਰੇਮ ਧਾਰ ਕੇ ਬਹੁਤ ਸਰਾਹਨਾ ਕਰ ਰਹੇ ਹਨ। ਸਾਖੋ ਚਾਰ ਉਚਾਰਨ ਕੀ ਨਸ। ਉਸ ਸਮੇਂ ਗੋਤਰਾਚਾਰ ਪੜਿਆ ਗਿਆ। ਸੁਨਿਓ ਸਭਿਨ ਪੁਨ ਧਨ ਗਣ ਦੀਨਸ। ਸਾਰੇ ਬਰਾਤੀਆਂ ਨੇ ਸੁਣਿਆ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਬਹੁਤਾ ਦਾਨ ਦੇਣਾ ਕੀਤਾ। ਇਮਲਾ ਵਾਲੇ ਕਰ ਜਸ ਸਾਜਾ। ਔਰ ਇਸ ਤਰ੍ਹਾਂ ਜਸ ਦੇ ਸਹਿਤ ਲਾਵਾਂ ਲੈਣ ਤੋਂ ਉਪਰੰਤ ਸ੍ਰੀ ਅਰਜਨ ਗਮਨੇ ਜਨ ਵਾਜੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਾਹਿਬਜ਼ਾਦੇ ਨੂੰ ਨਾਲ ਲੈ ਕਰਕੇ ਜਨਮਾਸੇ ਵਿੱਚ ਆ ਗਏ। ਛੁਟਤ ਮਤਾਬੀ ਹੋਤੀ ਪ੍ਰਕਾਸੇ। ਮਤਾਬੀਆਂ ਛੁੱਟਦੀਆਂ, ਬਹੁਤ ਪ੍ਰਕਾਸ਼ ਹੁੰਦਾ ਹੈ। ਬ੍ਰਿੰਦ ਮਸਾਲਾ ਜਵਲਤ ਅਗਾਰੀ। ਔਰ ਬਹੁਤ ਸਾਰੀਆਂ ਮਸਾਲਾਂ ਵੀ ਅੱਗੇ ਅੱਗੇ ਜਲਦੀਆਂ ਜਾ ਰਹੀਆਂ ਹਨ। ਬਾਜੇ ਬਜਹਿ ਉਠਤ ਧੁਨ ਭਾਰੀ। ਜੋ ਬਾਜੇ ਵੱਜਦੇ ਨੇ ਉਹਨਾਂ ਦੀ ਭਾਰੀ ਧੁਨ ਉੱਠਦੀ ਹੈ। ਆਏ ਥਿਰੇ ਜਨਵਾਸ ਮਜਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਹਿਤ ਸਾਰੇ ਬਰਾਤੀ ਜਨਮਾਸ ਵਿੱਚ ਆ ਕੇ ਸਥਿਤ ਹੋਏ। ਹਿਤ ਆਹਾਰ ਗੁਰ ਬੋਹਰ ਹਕਾਰੇ। ਫਿਰ ਭਾਈ ਨਾਰਾਇਣ ਦਾਸ ਜੀ ਨੇ ਮਨੁੱਖ ਭੇਜ ਕਰਕੇ ਸਭ ਬਰਾਤੀਆਂ ਨੂੰ ਗੁਰੂ ਸਾਹਿਬ ਜੀ ਦੇ ਸਹਿਤ ਭੋਜਨ ਛਕਣ ਵਾਸਤੇ ਸਦਵਾਇਆ। ਸਕਲ ਬਰਾਤ ਜਾਤ ਹਰ ਖੰਤੀ। ਸਾਰੀ ਬਰਾਤ ਖੁਸ਼ ਹੋ ਕਰਕੇ ਭੋਜਨ ਛਕਣ ਵਾਸਤੇ ਜਾ ਰਹੀ ਹੈ। ਆਤਿਸ਼ਬਾਜੀ ਬ੍ਰਿੰਦ ਛੁਟੰਤੀ। ਉਸ ਸਮੇਂ ਬਹੁਤ ਆਤਿਸ਼ਬਾਜੀ ਛੁੱਟ ਰਹੀ ਹੈ। ਮਤਾਬੀਆਂ ਔਰ ਪਟਾਖੇ ਦੀਆਂ ਚਾਦਰਾਂ, ਫੁਲਵਾਈ, ਫੁੱਲਝੜੀ, ਜਿਤਨੇ ਵੀ ਤਰ੍ਹਾਂ ਦੇ ਪਟਾਖੇ ਹਨ ਸਭ
आतिशबाजी हो रही है। ਸੁੰਦਰ ਮੰਦਰ ਅੰਦਰ ਸਾਰੇ ਸੋਹਣੇ ਮੰਦਰ ਦੇ ਅੰਦਰ ਸਾਰੇ ਬਰਾਤੀ ਪ੍ਰਵੇਸ਼ ਹੋਏ। ਸਾਦਰ ਕਹਿ ਕਹਿ ਪੰਤ ਬਿਠਾਰੇ ਭਾਈ ਨਾਰਾਇਣ ਦਾਸ ਜੀ ਨੇ ਸਾਦਰ ਪੂਰਵਕ ਬੇਨਤੀ ਕਰਕੇ ਹੱਥ ਜੋੜ ਕੇ ਸਾਰਿਆਂ ਨੂੰ ਪੰਗਤ 'ਚ ਬਿਠਾਇਆ। ਹੁਣ ਚੌਕੀ ਪਰ ਆਸਨ ਡਾਸਾ ਫਿਰ ਸੁੰਦਰ ਚੌਂਕੀ ਦੇ ਉੱਪਰ ਆਸਣ ਵਿਛਾਇਆ। ਸਤਿਗੁਰ ਥਿਰੇ ਵਿਸਾਲ ਪ੍ਰਕਾਸ਼ਾ ਔਰ ਜਿਨ੍ਹਾਂ ਦਾ ਵਿਸਾਲ ਪ੍ਰਕਾਸ਼ ਹੈ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੁੰਦਰ ਚੌਂਕੀ ਉੱਪਰ ਬਿਰਾਜੇ। ਪੁਰਸ ਨਿਹਾਰ ਆਏ ਸਮੁਦਾਏ ਫਿਰ ਪਰੋਸਨ ਹਾਰੇ ਵਰਤਾਵੇ ਜਿਹੜੇ ਹਨ ਭੋਜਨ ਪਰੋਸਣ ਵਾਲੇ ਬਹੁਤ ਸਾਰੇ ਆਏ। ਧਰੇ ਥਾਰ ਸਭ ਕੇ ਅਗਵਾਏ ਸਭ ਗੁਰੂ ਸਾਹਿਬ ਜੀ ਤੋਂ ਇਲਾਵਾ ਸਭ ਬਰਾਤੀਆਂ ਦੇ ਅੱਗੇ ਥਾਲਾਂ ਰੱਖੀਆਂ। ਮੋਦਕ ਖੁਰਮੇ ਨੁਗਦੀ ਘਣੀ ਥਾਲ ਵਿੱਚ ਲੱਡੂ ਖੁਰਮੇ ਨੁਗਦੀ ਬੂੰਦੀ ਆਦਿਕ ਰੱਖੀ। ਘੇਵਰ ਕ੍ਰਿਤ ਸਿਤਾਬੋ ਸਨੀ ਔਰ ਘੇਵਰ ਘਿਓ ਅਤੇ ਚੀਨੀ ਨਾਲ ਮਿਲੀ ਹੋਈ ਬਹੁਤ ਸੁੰਦਰ ਪਕਵਾਨ ਮਿੱਠੇ ਪਦਾਰਥ ਪਰੋਸੇ ਗਏ। ਸਵਾਦਲ ਮਹਾ ਅੰਮ੍ਰਿਤੀ ਦੀਨੀ ਬਹੁਤ ਸਵਾਦ ਵਾਲੀ ਅੰਮ੍ਰਿਤੀ ਵੀ ਵਰਤਾਈ ਗਈ। ਮੇਵੇ ਬ੍ਰਿੰਦ ਮਿਲੋਨੀ ਕੀਨੀ ਔਰ ਜਿੰਨੇ ਮਿੱਠੇ ਵਿਅੰਜਨਾਂ ਦੇ ਵਿੱਚ ਸੌਗੀ ਕਾਜੂ ਪਿਸਤਾ ਬਦਾਮ ਆਦਿਕ ਮਿਲਾਇਆ ਗਿਆ। ਤੁਰਤ ਪਰੋਸਿਓ ਚਤੁਰਨ ਚਾਰੂ ਜਿਹੜੇ ਪਰੋਸਣ ਵਾਲੇ ਬੜੇ ਚਤੁਰ ਸਿਆਣੇ ਸਨ ਛੇਤੀ ਛੇਤੀ ਸਭ ਨੂੰ ਪਰੋਸ ਦਿੱਤਾ। ਖਾਣ ਲਗੇ ਬੋ ਸਵਾਦ ਆਹਾਰੂ ਬਹੁਤ ਸਵਾਦਲੇ ਸੁੰਦਰ ਸਵਾਦਿਸ਼ਟ ਭੋਜਨ ਸਾਰੇ ਛਕਣ ਲੱਗੇ। ਹਿਮ ਆਹਾਰ ਕੋ ਅਚਵਣ ਕੀਨ ਇਸ ਤਰ੍ਹਾਂ ਗੁਰੂ ਸਾਹਿਬ ਜੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਸਾਰੇ ਬਰਾਤੀਆਂ ਨੇ ਸੁੰਦਰ ਸਵਾਦਿਸ਼ਟ ਭੋਜਨ ਛਕਿਆ। ਉਠੀ ਬਰਾਤ ਲਾਗ ਧਨ ਦੀਨ ਔਰ ਭੋਜਨ ਛਕ ਕੇ ਬਰਾਤ ਉੱਠੀ ਲਾਗੀਆਂ ਨੂੰ ਬਹੁਤਾ ਧਨ ਦਿੱਤਾ ਗੁਰੂ ਸਾਹਿਬ ਜੀ ਨੇ। ਖਾਨ ਪਾਨ ਕਰ ਗਮਨੇ ਸਰਬਾ ਖਾਣ ਪਾਣ ਕਰਕੇ ਸਾਰੇ ਬਰਾਤੀ ਉੱਠ ਕੇ ਚੱਲੇ। ਦੋਹਰਾ ਜਨਵਾਸੇ ਮਹਿ ਜਾਏ ਗੁਰ ਸੁਪਤੇ ਨਿਜ ਨਿਜ ਥਾਨ ਜਨਮਾਸੇ ਵੀ ਸਾਰੇ ਬਰਾਤੀ ਆ ਗਏ। ਗੁਰੂ ਸਾਹਿਬ ਜੀ ਦੇ ਸਹਿਤ ਆਪੋ ਆਪਣੀ ਥਾਂ ਤੇ ਜਥਾ ਜੋਗ ਸਥਾਨ ਤੇ ਸੌਂ ਗਏ। ਅਤ ਆਨੰਦ ਉਰ ਪਾਏ ਕਰ ਸਕਲ ਬਰਾਤ ਸੁਜਾਨ ਬਹੁਤ ਆਨੰਦ ਪਾ ਕੇ ਸਾਰੇ ਚਤੁਰ ਸਿਆਣੇ ਬਾਂਕੇ ਨੌਜਵਾਨ ਬਰਾਤੀ ਜਿਹੜੇ ਹਨ ਸਾਰਿਆਂ ਨੇ ਬੜਾ ਆਨੰਦ ਮਾਣਿਆ। ਦੋਹਰਾ ਸੁਖ ਸੋ ਬੀਤੀ ਜਾਮਨੀ ਜਾਮ ਰਹੀ ਜਬ ਆਏ ਸੋਗ ਪੂਰਵਕ ਰਾਤ ਬਤੀਤ ਹੋ ਗਈ ਜਦੋਂ ਪਹਿਰ ਰਾਤ ਬਾਕੀ ਰਹੀ। ਗਾਵਤ ਆਸਾ ਵਾਰ ਜੁਤ ਰਾਗਨ ਕੇ ਸਮੁਦਾਏ ਉਸ ਵੇਲੇ ਰਾਗੀ ਰਬਾਬੀ ਆ ਗਏ। ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗੇ ਰਾਗ ਵਿੱਚ। ਹਾਕਲ ਛੰਦ ਗੁਰ ਉੱਠ ਕਰ ਸੋਚ ਸਨਾਨੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉੱਠ ਕੇ ਇਸ਼ਨਾਨ ਕੀਤਾ। ਹੁਣ ਬੈਠੇ ਏਕਲ ਥਾਨੇ ਉਹਨਾਂ ਇਕਾਂਤ ਸਥਾਨ ਵਿੱਚ ਬੈਠ ਗਏ। ਨਿਜ ਰੂਪ ਵਿਖੈ ਲਿਵ ਲਾਈ ਆਪਣੇ ਸਵੈ ਸਰੂਪ ਵਿਖੇ ਲਿਵ ਲਗਾ ਲਈ। ਮਨ ਥਿਰਿਓ ਸਮਾਦ ਲਗਾਈ ਨਿਰਵਿਕਲ ਸਮਾਧੀ ਵਿੱਚ ਸਥਿਤ ਹੋ ਗਏ। ਤਬ ਪ੍ਰਾਤਿਕਾਲ ਹੋਏ ਗਏ ਉਸ ਵੇਲੇ ਪ੍ਰਾਤः ਕਾਲ ਹੋ ਗਿਆ। ਸਭ ਸੋਚਾ ਚਾਰੀ ਪੇਊ ਸਾਰਿਆਂ ਨੇ ਸੌਚ ਕਿਰਿਆ ਸੋਧੀ ਇਸ਼ਨਾਨ ਪਾਣ ਕੀਤਾ। ਗਨ ਬਾਦਤ ਬਾਜ ਬਿਲੰਦੇ ਬਹੁਤ ਸਾਰੇ ਸਾਜ਼ ਬਾਜ ਵੀ ਵੱਜਣ ਲੱਗੇ। ਤਬ ਉਠ ਸ੍ਰੀ ਹਰਿ ਗੋਬਿੰਦੇ ਤਦੋਂ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਠੇ। ਕਰ ਸੋਚੀ ਸਨਾਨ ਮਹਾਨਾ ਕਿਰਿਆ ਸੋਧੀ ਇਸ਼ਨਾਨ ਪਾਣ ਕੀਤਾ। ਤਨ ਬਸਤਰ ਪਹਿਰ ਦੁਤ ਨਾਨਾ ਬੜੇ ਸ਼ੋਭਾ ਵਾਲੇ ਸੁੰਦਰ ਬਰੀਕ
ਵਸਤਰ ਧਾਰਨ ਕੀਤੇ। ਦਿਨ ਚੜੇ ਦੀਵਾਨ ਲਗਾਇਓ, ਜਦੋਂ ਦਿਨ ਚੜਿਆ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ। ਸਿੱਖ ਸੰਗਤ ਬਹੁ ਛਬ ਪਾਇਓ, ਸਿੱਖ ਸੰਗਤਾਂ ਦੀਵਾਨ ਵਿੱਚ ਆ ਕਰਕੇ ਬੈਠ ਗਈਆਂ, ਬਹੁਤ ਸ਼ੋਭਾ ਪਾ ਰਹੀਆਂ ਹਨ। ਤਿਥ ਬ੍ਰਿੰਦ ਮਸੰਦ ਮਜਾਰੇ, ਸਭਾ ਦੇ ਵਿੱਚ ਦੀਵਾਨ ਵਿੱਚ ਬਹੁਤ ਸਾਰੇ ਮਸੰਦ ਵੀ ਆ ਕਰਕੇ ਬੈਠੇ। ਗਨ ਧਨੀ ਤਹਾ ਪਰਵਾਰੇ, ਔਰ ਜੋ ਮਸੰਦ ਬੜੇ ਧਨੀ ਪਰਿਵਾਰ ਵਾਲੇ ਸਨ, ਉਹ ਸਾਰੇ ਆ ਕਰਕੇ ਚਾਰ ਚੁਫੇਰੇ ਬੈਠ ਗਏ। ਬ੍ਰਿਧ ਸਾਲੋ ਅਰ ਗੁਰਦਾਸੂ, ਔਰ ਭਾਈ ਸਾਲੋ ਜੀ, ਭਾਈ ਗੁਰਦਾਸ ਜੀ ਆਦਿਕ, ਕਲਿਆਣ ਆਦਿ ਸਭ ਪਾਸੂ, ਭਾਈ ਕਲਿਆਣਾ ਜੀ ਤੋਂ ਆਦ ਸਾਰੇ ਸਿੱਖ ਮਸੰਦ ਆ ਕੇ ਸਭਾ ਵਿੱਚ ਬੈਠ ਗਏ। ਤਿਥ ਮਹਾਦੇਵ ਗੁਰ ਤੀਰਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਿਕਟ ਵੱਡੇ ਭਰਾਤਾ ਮਹਾਦੇਵ ਜੀ ਵੀ ਸਥਿਤ ਹੋ ਗਏ। ਜਿਮ ਬੂਜਤ ਭਾਖਤ ਧੀਰਾ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਪੁੱਛਦੇ ਹਨ, ਕਿਉਂਕਿ ਵੱਡੇ ਭਰਾਤਾ ਹਨ ਮਹਾਦੇਵ ਜੀ, ਹਰ ਇੱਕ ਰਸਮ ਕਰਨ ਤੋਂ ਪਹਿਲਾਂ ਸਲਾਹ ਲੈਂਦੇ ਹਨ, ਪੁੱਛਦੇ ਹਨ, ਤੇ ਧੀਰਜਵਾਨ ਮਹਾਦੇਵ ਜੀ ਉੱਤਰ ਦਿੰਦੇ ਹਨ। ਤਬ ਦੱਲੇ ਗ੍ਰਾਮ ਮਜਾਰੀ, ਉਸ ਵੇਲੇ ਡੱਲੇ ਪਿੰਡ ਵਿਖੇ ਸਿੱਖ ਸੰਗਤ ਬਸਹਿ ਸੁਸਾਰੀ, ਬਹੁਤ ਸਾਰੀ ਸਿੱਖ ਸੰਗਤਾਂ ਵਸਦੀਆਂ ਹਨ ਡੱਲੇ ਪਿੰਡ ਵਿਖੇ। ਹੋਏ ਇਕੱਠੀ ਲੈ ਗੁਰਕਾਰੀ, ਸਤਿਗੁਰਾਂ ਦੀ ਦਸਵੰਧ ਦੀ ਕਾਰ ਭੇਟਾ ਲੈ ਕੇ ਡੱਲਾ ਨਿਵਾਸੀ ਸਿੱਖ ਸੰਗਤਾਂ ਕਰ ਅਪਰ ਉਪਾਇਨ ਤਾਰੀ, ਹੋਰ ਵੀ ਬਹੁਤ ਸਾਰੀਆਂ ਉੱਤਮ ਉਪਹਾਰ ਭੇਟਾਵਾਂ ਲੈ ਕੇ ਤਰ ਭਾਉ ਦਰਸ ਕੋ ਆਏ, ਬਹੁਤ ਪ੍ਰੇਮ ਧਾਰ ਕਰਕੇ ਸਰਦਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ। ਜੋ ਸਿੱਖ ਕਦੀਮੀ ਗਾਏ, ਜੋ ਮੁੜ ਕਦੀਮੀ ਸਿੱਖ ਨਿਕਟਵਰਤੀ ਸਿੱਖ ਕਹੇ ਜਾਂਦੇ ਹਨ। ਗੁਰ ਅੰਗਦ ਅਮਰ ਸਦੀਰਾ, ਔਰ ਧੀਰਜਵਾਨ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਮੇਂ ਜਿਨ੍ਹਾਂ ਨੇ ਸਿੱਖੀ ਪ੍ਰਾਪਤ ਕੀਤੀ, ਉਹ ਸਾਰੇ ਸਿੱਖ ਆਏ। ਹਿਤ ਸੇਵਾ ਰਹੇ ਜੋ ਤੀਰਾ, ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਦੇ ਰਹੇ, ਕੋਈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵੇਲੇ ਸੇਵਾ ਕਰਦੇ ਰਹੇ। ਗਨ ਧਰੀ ਅਕੋਰ ਅਗਾਰੀ, ਪੰਚਮ ਪਿਤਾ ਜੀ ਦੇ ਚਰਨਾਂ ਵਿੱਚ ਸਾਰੇ ਸਿੱਖਾਂ ਨੇ, ਨਵੇਂ ਪੁਰਾਣੇ ਸਿੱਖਾਂ ਨੇ ਭੇਟਾ ਰੱਖੀ। ਕਰ ਬੰਦਤ ਬੰਧਨ ਤਾਰੀ, ਹੱਥ ਜੋੜ ਕਰਕੇ ਸਾਰਿਆਂ ਨੇ ਬੰਦਨਾ ਕੀਤੀ। ਸਿੱਖ ਸਰਦਾਵਾਨ ਅਨੇਕਾ, ਅਨੇਕਾਂ ਹੀ ਡੱਲਾ ਪਿੰਡ ਦੇ ਸਿੱਖ ਹਨ, ਸਰਦਾਵਾਨ ਹਨ। ਜਿਨ ਹਿਰਦੈ ਵਿਸਾਲ ਬਵੇਕਾ, ਜਿਨ੍ਹਾਂ ਦੇ ਹਿਰਦੇ ਵਿੱਚ ਵਿਸਾਲ ਵਿਵੇਕ ਹੈ, ਦੋ ਤੋਂ ਇੱਕ ਹੋਣ ਦਾ ਗਿਆਨ ਹੈ। ਅਸ ਜਾਨ ਗੁਰੂ ਸਨਮਾਨੇ, ਔਰ ਐਸਾ ਵਿਵੇਕੀ ਸਿੱਖ ਜਾਣ ਕਰਕੇ ਸਤਿਗੁਰਾਂ ਨੇ ਸਾਰੇ ਸਿੱਖਾਂ ਦਾ ਬੜਾ ਸਨਮਾਨ ਕੀਤਾ। ਟਿਕ ਬੈਠੇ ਹਰਖ ਮਹਾਨੇ, ਔਰ ਸਭ ਸਿੱਖ ਸੇਵਕ ਆ ਕੇ ਬੈਠ ਕਰਕੇ ਬੜੇ ਖੁਸ਼ ਹੋ ਰਹੇ ਹਨ। ਜੋ ਭਏ ਪ੍ਰਥਮ ਸਿੱਖ ਧੀਰਾ, ਜਿਹੜੇ ਧੀਰਜਵਾਨ ਪਹਿਲਾਂ ਜਿਹੜੇ ਪੁਰਾਤਨ ਸਿੱਖ ਹੋਏ ਹਨ, ਸੋ ਬੂਝੇ ਗੁਣੀ ਗਹੀਰਾ। ਔਰ ਸੋ ਗੁਣਾਂ ਦੇ ਖਜ਼ਾਨੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖਾਂ ਕੋਲੋਂ ਪੁੱਛਿਆ, ਜਿਹੜੇ ਪੁਰਾਤਨ ਸਿੱਖ ਹਨ, ਕੋ ਭਇਓ ਮਹਦ ਗੁਰ ਪਿਆਰੋ, ਜੋ ਗੁਰੂ ਸਾਹਿਬ ਜੀ ਦੇ ਬਹੁਤ ਪਿਆਰੇ ਸਿੱਖ ਹੋਏ ਹਨ, ਸੋ ਹਮਰੇ ਪਾਸ ਉਚਾਰੋ। ਉਹ ਸਾਡੇ ਪਾਸ ਕਹਿਣਾ ਕਰੋ, ਕਿਹੜੇ ਕਿਹੜੇ ਸਿੱਖ ਹੋਏ ਹਨ। ਜੋ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸਮੇਂ, ਕੋਈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਮੇਂ, ਕੋਈ ਚੌਥੇ ਪਾਤਸ਼ਾਹ ਜੀ ਦੇ ਸਮੇਂ ਜਿਹੜੇ ਸਿੱਖ ਹਨ, ਉਹਨਾਂ ਸਾਰੇ ਸਿੱਖਾਂ ਬਾਰੇ ਬੇਰਵਾ ਦੇ ਸਹਿਤ ਸਾਨੂੰ ਸੁਣਾਵੋ। ਸੁਨ ਸਿੱਖਿਆਨ ਜੋਰੇ ਹੱਥ, ਸਿਉ ਸੁਣ ਕੇ ਗੁਰੂ ਸਾਹਿਬ ਜੀ ਪਾਸੋਂ ਸੁਣ ਕੇ ਸਿੱਖਾਂ ਨੇ ਹੱਥ ਜੋੜੇ। ਇਸ ਗ੍ਰਾਮ ਦਾਸ ਗਣਨਾਥ, ਹੇ ਨਾਥ ਸੁਆਮੀ ਮਾਲਕ, ਇਸ ਡੱਲੇ ਪਿੰਡ ਵਿੱਚ ਅਨੇਕਾਂ ਹੀ ਸਿੱਖ ਹਨ। ਗੁਰੂ ਸਾਹਿਬਾਨਾਂ ਤੋਂ ਸਿੱਖੀ ਪ੍ਰਾਪਤ ਕਰਕੇ ਸਿੱਖ ਹੋ ਕਰਕੇ ਬਹੁਤ ਸਾਰੇ ਸਿੱਖ ਇੱਥੇ ਰਹਿੰਦੇ ਹਨ। ਭਾਈ ਲਾਲੋ ਭਾਈ ਤੀਰਾ, ਔਰ ਭਾਈ ਲਾਲੋ ਜੋ ਬੜਾ ਧੀਰਜਵਾਨ ਸਿੱਖ ਹੋਇਆ। ਭਾਈ ਤੀਰਾ ਗੁਣ ਸਿੱਖੀ ਕੇ ਭਰਪੂਰਾ, ਔਰ ਜੋ ਭਾਈ ਲਾਲੋ
ਧੀਰਜਵਾਨ ਜਿਸ ਨੇ ਪੂਰਨ ਗੁਰਸਿੱਖੀ ਪ੍ਰਾਪਤ ਕੀਤੀ। ਜੋ ਰਾਵਰ ਬਖਸ਼ਿਸ਼ ਕੀਨੀ, हे ਮਹਾਰਾਜ ਜੋ ਆਪ ਜੀ ਨੇ ਬਖਸ਼ਿਸ਼ ਕੀਤੀ, ਸਿੱਖ ਬਹਿਲੋ ਹਿਤ ਕਰ ਲੀਨੀ। ਔਰ ਭਾਈ ਬੈਲੋ ਨੂੰ ਆਪ ਜੀ ਨੇ ਬਖਸ਼ਿਸ਼ ਕੀਤੀ। ਭਾਈ ਬੈਲੋ ਤੂੰ ਪਹਿਲੋਂ, ਇਹ ਵਰਦਾਨ ਦਿੱਤਾ ਸੀ, ਭਾਈ ਬੈਲੋ ਤੂੰ ਪਹਿਲੋਂ। ਔਰ ਉਸਨੇ ਗੁਰਸਿੱਖੀ ਧਾਰਨ ਕੀਤੀ, ਸਭ ਤੋਂ ਮੁਖੀ ਸਿੱਖ ਹੋਇਆ। ਸ੍ਰੀ ਅਮਰਦਾਸ ਸਭ ਸੋਈ, ਉਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਮੇਂ ਢਿਗ ਲਾਲੋ ਕੀ ਦੇਈ ਜੋਈ। ਭਾਈ ਲਾਲੋ ਨੂੰ ਸਾਰੀ ਸਿੱਖੀ ਸੇਵਕੀ ਬਖਸ਼ ਦਿੱਤੀ, ਮੁਖੀ ਬਣਾ ਦਿੱਤਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ 22 ਮੰਜੀਆਂ, 52 ਪੀੜੇ ਤੇ 72 ਪੀੜੀਆਂ ਦੀ ਬਖਸ਼ਿਸ਼ ਕੀਤੀ। ਪੀੜਾ ਬਖਸ਼ ਕੇ, ਮੰਜੀ ਬਖਸ਼ ਕੇ ਸਿੱਖੀ ਪ੍ਰਚਾਰ ਦਾ ਮੁਖੀ ਬਣਾਇਆ। ਉਹਨਾਂ ਵਿੱਚੋਂ ਭਾਈ ਲਾਲੋ ਇੱਕ ਸੀ। ਅਸ ਸਿੱਖ ਅਪਰ ਗਨ ਹੋਏ, ਉਹ ਹੈ ਮਹਾਰਾਜ ਐਸੇ ਸਿੱਖ ਬਹੁਤ ਹੋਏ ਹਨ, ਜੋ ਗਿਨਵੇ ਤੇ ਬਹੁ ਜੋਏ। ਜੋ ਗਿਣਨ ਵਿੱਚ ਨਹੀਂ ਆਉਂਦੇ। ਬਹੁਤ ਸਾਰੇ ਸਿੱਖ ਹੋਏ, ਗੁਰੂ ਸਾਹਿਬਾਨਾਂ ਤੋਂ ਸਿੱਖੀ ਪ੍ਰਾਪਤ ਕੀਤੀ। ਭਾਈ ਲਾਲੋ ਆਦਿਕ ਇਹ ਸਾਰੇ ਮਹਾਨ ਸਿੱਖ ਹੋਏ ਹਨ। ਇੱਕ ਭਇਓ ਸੋ ਭਾਈ ਪਾਰੋ, हे ਮਹਾਰਾਜ ਇੱਕ ਗੁਰੂ ਕਾ ਪਿਆਰਾ ਸਿੱਖ ਭਾਈ ਪਾਰੋ ਹੋਇਆ। ਗੁਰ ਅਮਰ ਕੇਰ ਬਹੁ ਪਿਆਰੋ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬੜਾ ਪਿਆਰਾ ਅਨੰਨ ਸਿੱਖ ਸੀ ਭਾਈ ਪਾਰੋ ਜੁਲਕਾ ਜੀ। ਤਿਸ ਉਪਰ ਅਧਿਕ ਪ੍ਰਸੰਨੇ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਭਾਈ ਪਾਰੋ ਉੱਪਰ ਬਹੁਤ ਪ੍ਰਸੰਨ ਹੁੰਦੇ ਸਨ। ਗੁਰ ਭਾਣਾ ਜਿਨ ਮਨ ਮੰਨੇ, ਜਿਸ ਭਾਈ ਪਾਰੋ ਨੇ ਸਤਿਗੁਰਾਂ ਦੇ ਭਾਣੇ ਨੂੰ ਔਰ ਖੁਸ਼ੀ ਖੁਸ਼ੀ ਮੰਨਣਾ ਕੀਤਾ, ਗੁਰ ਗਿਆਨ ਮਹਿਦ ਗੰਭੀਰੰ, ਬੜੇ ਹੀ ਗਿਆਨ ਦੇ ਸਮੁੰਦਰ ਔਰ ਗੰਭੀਰ ਸੁਭਾਅ ਵਾਲੇ ਹੋਏ ਹਨ। ਨਿਤ ਨਿਸ਼ਚਲ ਮਨ ਔਰ ਧੀਰੰ, ਬਿਰਤੀ ਨਿਸ਼ਚਲ ਔਰ ਗਿਆਨ ਗੁਣ ਵਿੱਚ ਸੰਪੰਨ ਭਾਈ ਪਾਰੋ ਜੀ। ਤਿਸ ਗੁਰਤਾ ਦੇਵਨ ਲਾਗੇ, ਉਸ ਦੀ ਸਿੱਖੀ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭਾਈ ਪਾਰੋ ਬ੍ਰਹਮ ਗਿਆਨੀ ਨੂੰ ਗੁਰਤਾ ਦੇਣ ਲੱਗੇ ਸਨ। ਨਹ ਮਾਨੀ ਮਨ ਬੜ ਭਾਗੇ, ਬੜ ਭਾਗੀ ਸਿੱਖ ਭਾਈ ਪਾਰੋ ਨੇ ਗੁਰੂ ਸਾਹਿਬ ਜੀ ਦਾ ਹੁਕਮ ਉਸ ਵੇਲੇ ਸਵੀਕਾਰ ਨਹੀਂ ਕੀਤਾ। ਮਹਾਰਾਜ ਮੈਂ ਇਸ ਲਾਇਕ ਨਹੀਂ ਹਾਂ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਸਭ ਤੋਂ ਉੱਚੀ ਹੈ ਔਰ ਇਸ ਲਾਇਕ ਮੈਂ ਨਹੀਂ ਹਾਂ। ਕਰ ਜੋਰਤ ਬਿਨੈ ਬਖਾਨੇ, ਹੱਥ ਜੋੜ ਕੇ ਬੇਨਤੀ ਕੀਤੀ ਭਾਈ ਪਾਰੋ ਨੇ। ਹਮ ਸਿੱਖੀ ਮਹਿ ਮਨ ਮਾਨੇ, ਔਰ हे ਮਹਾਰਾਜ ਮੈਂ ਤਾਂ ਮਨ ਵਿੱਚ ਸਿੱਖੀ ਮੰਨੀ ਹੈ, ਮੈਂ ਗੁਰੂ ਨਹੀਂ ਬਣਨਾ ਚਾਹੁੰਦਾ। ਗੁਰਿਆਈ ਆਪ ਜੀ ਨੂੰ ਮੁਬਾਰਕ ਹੋਵੇ। ਗੁਰਿਆਈ ਆਪ ਜੀ ਨੂੰ ਹੀ ਬਣ ਆਉਂਦੀ ਹੈ। ਇਹ ਤੁਮ ਕੋ ਹੀ ਬਨ ਆਵੇ, ਇਹ ਮਹਾਰਾਜ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਿਆਈ ਆਪ ਜੀ ਨੂੰ ਹੀ ਬਣ ਆਉਂਦੀ ਹੈ। ਹਮ ਸੇਵਕ ਸੇਵ ਕਮਾਵੇ, ਅਸੀਂ ਸੇਵਕ ਰਹਿ ਕਰਕੇ ਸੇਵਾ ਹੀ ਕਮਾਵਾਂਗੇ। ਸੁਨ ਅਮਰਦਾਸ ਗੁਰ ਪਾਖਾ, ਇਹ ਸੁਣ ਕਰਕੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣ ਲੱਗੇ, ਜੇ ਤੇਰੀ ਅਸ ਅਬਲਾਖਾ, हे ਭਾਈ ਪਾਰੋ ਜੇ ਤੇਰੀ ਐਸੀ ਅਬਲਾਖਾ ਹੈ ਤੋ ਤਨ ਕੋ ਤਿਆਗ ਸਮਾਵੋ, ਤਾਂ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕਰਕੇ ਸਾਡੇ ਵਿੱਚ ਸਮਾਉਣਾ ਕਰੋ। ਗੁਰ ਵਿਖੈ ਏਕਤਾ ਪਾਵੋ, ਗੁਰਾਂ ਵਿੱਚ ਏਕਤਾ ਪਦ ਪਾਉਣਾ ਕਰੋ ਲੀਨ ਹੋ ਕੇ। ਇਮ ਆਗਿਆ ਸੁਨ ਘਰ ਆਇਓ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਆਗਿਆ ਸੁਣ ਕੇ ਭਾਈ ਪਾਰੋ ਜੀ ਆਪਣੇ ਘਰ ਆਏ। ਤਤ ਛਿਨ ਤਨ ਤਜਿਓ ਸਮਾਇਓ, ਉਸੇ ਸਮੇਂ ਘਰ ਆ ਕਰਕੇ ਦਸਮ ਦਵਾਰ ਵਿੱਚ ਪ੍ਰਾਣਾਂ ਨੂੰ ਚਾੜ ਕੇ ਆਪਣਾ ਸਰੀਰ ਤਿਆਗ ਦਿੱਤਾ। ਇੱਕ ਬੜਵਾ ਚਪਲ ਬਲੀ ਹੈ, ਭਾਈ ਪਾਰੋ ਦੇ ਪਾਸ ਇੱਕ ਬਹੁਤ ਸੁੰਦਰ ਚੰਚਲ ਘੋੜੀ ਸੀ। ਤਤ ਛਿਨ ਜੇ ਸਾਮਨਹਿ ਔਰ ਪਲੀ ਹੈ, ਜਿਹਦੇ ਸਮਾਨ ਹੋਰ ਕੋਈ ਚੰਚਲ ਘੋੜਾ ਨਹੀਂ ਸੀ। ਸੋ ਅਮਰ ਗੁਰੂ ਢਿਗ ਭੇਜੀ, ਔਰ ਉਹ ਚੰਚਲ ਘੋੜਾ ਭਾਈ ਪਾਰੋ ਨੇ
ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਭੇਜੀ। ਨਹਿ ਅਪਰ ਚੜਨ ਤੇ ਦੇ ਜੀ। ਉਹ ਤੇਜੀ ਬਹੁਤ ਜੋ ਚੰਚਲ ਘੋੜਾ ਹੈ, ਕਿਸੇ ਹੋਰ ਨੂੰ ਚੜਨ ਨਹੀਂ ਦਿੰਦਾ। ਖਾਸ ਗੁਰੂ ਸਾਹਿਬ ਜੀ ਵਾਸਤੇ ਘੋੜਾ ਭੇਜਿਆ ਸੀ ਭਾਈ ਪਾਰੋ ਨੇ, ਤੇ ਉਹ ਚੰਚਲ ਘੋੜਾ ਹੋਰ ਗੁਰੂ ਸਾਹਿਬ ਜੀ ਤੋਂ ਇਲਾਵਾ ਕਿਸੇ ਨੂੰ ਚੜਨ ਨਹੀਂ ਸੀ ਦਿੰਦਾ। ਵੇਖ ਆਪਣੇ ਢਿਗ ਰਖ ਲੀਨੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਸ ਉਹ ਘੋੜਾ ਰੱਖ ਲਿਆ। ਗੁਰ ਰਾਮਦਾਸ ਕੋ ਦੀਨੀ। ਫਿਰ ਆਪਣੇ ਸੇਵਕ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਘੋੜਾ ਦੇ ਦਿੱਤਾ। ਜਿਸ ਵੇਲੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਦਾਤੂ ਜੀ ਨੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਸਿੰਘਾਸਣ ਤੇ ਬੈਠੇ ਹੋਏ ਨੂੰ ਲੱਤ ਮਾਰੀ ਸੀ, ਗੁਰੂ ਸਾਹਿਬ ਜੀ ਡਿੱਗ ਪਏ ਸਿੰਘਾਸਣ ਤੋਂ ਹੇਠਾਂ, ਉੱਠ ਕੇ ਛੇਤੀ ਚਰਨ ਦਬਾਉਣ ਲੱਗੇ। ਮਹਾਰਾਜ ਤੁਸੀਂ ਗੁਰੂ ਸਪੁੱਤਰ ਹੋ, ਤੁਹਾਡੇ ਚਰਨ ਬਹੁਤ ਕੂਲੇ ਹਨ, ਨਰਮ ਹਨ। ਮੈਂ ਤਾਂ ਬੁੱਢਾ ਹਾਂ, ਮੇਰੇ ਸਰੀਰ 'ਚ ਹੱਡੀਆਂ ਹੀ ਹੱਡੀਆਂ, ਤੁਹਾਨੂੰ ਸੱਟ ਵੱਜੀ ਹੋਵੇਗੀ। ਦੇਖੋ ਕਿੰਨੀ ਨਿਮਰਤਾ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਵਿੱਚ। ਚਰਨ ਦਬਾਉਣ ਲੱਗੇ, ਬਦਲੇ ਦੀ ਭਾਵਨਾ ਨਹੀਂ ਰੱਖੀ, ਸ਼ਰਾਬ ਦੇ ਬਚਨ ਨਹੀਂ ਕਹੇ। ਉੜ ਕਰਕੇ ਔਰ ਉੱਥੇ ਆ ਗਏ ਬਾਸਰ ਕੇ ਪਿੰਡ। ਇਹ ਗਵਾਲੇ ਦੇ ਕੋਠੜੀ ਵਿੱਚ ਜਾ ਕੇ ਪਦਮਾਸਨ ਲਾ ਕਰਕੇ, ਦੀਵਾਰ ਚਿਣ ਕਰਕੇ ਪਦਮਾਸਨ ਲਾ ਕੇ ਬੈਠ ਗਏ ਕਿ ਜਿਹੜਾ ਵੀ ਇਸ ਦਰਵਾਜ਼ੇ ਨੂੰ ਖੋਲ੍ਹੇਗਾ ਉਹਦਾ ਮੂੰਹ ਕਾਲਾ ਕੀਤਾ ਜਾਏਗਾ, ਉਹ ਸਾਡਾ ਸਿੱਖ ਨਹੀਂ। ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋਏ, ਸਿੱਖ ਸੰਗਤਾਂ ਨੂੰ ਬਹੁਤ ਬੇਹਵਲ ਹੋਈਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਬੁੱਢਾ ਜੀ ਗੁਰੂ ਸਾਹਿਬ ਜੀ ਕਿੱਧਰ ਚਲੇ ਗਏ, ਦਰਸ਼ਨ ਨਹੀਂ ਹੋ ਰਹੇ। ਅੰਤਰਜਾਮਤਾ ਦੇ ਨਾਲ ਬਾਬਾ ਬੁੱਢਾ ਜੀ ਨੇ ਦੇਖਿਆ ਕਿ ਬਾਸਰ ਕੇ ਪਿੰਡ ਵਿਖੇ ਪਦਮਾਸਨ ਲਾ ਕੇ ਕੋਠੜੀ ਦੇ ਅੰਦਰ ਬੈਠੇ ਹਨ, ਸਮਾਧੀ ਲਾ ਕੇ। ਤੇ ਇਹ ਨਹੀਂ ਦੱਸਿਆ ਕਿ ਸਾਨੂੰ ਪਤਾ ਲੱਗ ਗਿਆ ਕਿ ਆ ਗੁਰੂ ਸਾਹਿਬ ਦਾ ਜੋ ਘੋੜਾ ਹੈ, ਘੋੜੇ ਨੂੰ ਅੱਗੇ ਤੋਰੋ ਔਰ ਸਾਰੇ ਸਿੱਖ ਘੋੜੇ ਦੇ ਪਿਛਾਂ ਚੱਲੋ। ਘੋੜਾ ਜਿੱਥੇ ਜਾ ਕੇ ਖੜ ਜਾਵੇ ਸਮਝ ਲੈਣਾ ਗੁਰੂ ਸਾਹਿਬ ਜੀ ਇੱਥੇ ਹੀ ਹਨ। ਘੋੜੇ ਨੂੰ ਅੱਗੇ ਕੀਤਾ, ਘੋੜਾ ਚੱਲਦਾ ਹੋਇਆ ਉੱਥੇ ਆ ਗਿਆ ਜਿੱਥੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਦਮਾਸਨ ਲਾ ਕੇ ਬੈਠੇ ਸਨ। ਔਰ ਮੋਰੀ ਕਰਕੇ ਔਰ ਬਾਬਾ ਬੁੱਢਾ ਸਾਹਿਬ ਜੀ ਅੰਦਰ ਪ੍ਰਵੇਸ਼ ਹੋਏ। ਬੇਨਤੀ ਕੀਤੀ, ਮਹਾਰਾਜ ਸਿੱਖ ਸੰਗਤਾਂ ਬੇਹਵਲ ਹੋ ਰਹੀਆਂ, ਵਿਆਕੁਲ ਹੋ ਰਹੀਆਂ, ਕਿਰਪਾ ਕਰਕੇ ਬਾਹਰ ਆ ਕੇ ਦਰਸ਼ਨ ਦੇਣਾ ਕਰੋ। ਤਾਂ ਗੁਰੂ ਸਾਹਿਬ ਜੀ ਬਾਹਰ ਨਿਕਲੇ। ਫਿਰ ਇੱਧਰ ਆਪਣੇ ਗੋਇੰਦਵਾਲ ਸਾਹਿਬ ਆਪਣੇ ਅਸਥਾਨ 'ਤੇ ਆਏ ਸਨ। ਉਹ ਘੋੜਾ ਬੜਾ ਪਿਆਰਾ ਸੀ ਜੋ ਭਾਈ ਪਾਰੋ ਨੇ ਘੋੜਾ ਦਿੱਤਾ ਸੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਸੇਵਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਉਹ ਘੋੜਾ ਬਖਸ਼ ਦਿੱਤਾ। ਸ੍ਰੀ ਅੰਮ੍ਰਿਤਸਰ ਕੇ ਥਾਨਾ। ਜਦੋਂ ਨਵਾਂ ਸ਼ਹਿਰ ਨਗਰ ਵਸਾਉਣ ਵਾਸਤੇ ਆਪਣੇ ਸੇਵਕ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਭੇਜਿਆ ਤੇ ਉਸੇ ਘੋੜੇ ਦੇ ਉੱਪਰ ਚੜ੍ਹ ਕੇ ਆਏ ਸਨ ਗੋਇੰਦਵਾਲ ਸਾਹਿਬੋਂ ਅੰਮ੍ਰਿਤਸਰ ਸਾਹਿਬ। ਔਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਹਾ ਸੀ ਨਗਰ ਦਾ ਨਾਮ ਗੁਰੂ ਕਾ ਚੱਕ ਰੱਖਣਾ। ਫਿਰ ਬਾਅਦ 'ਚ ਨਾਮ ਬਦਲ ਕੇ ਰਾਮਦਾਸਪੁਰ ਪਿਆ। ਪੰਚਮ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਸੇਵਾ ਸੰਪੂਰਨ ਕੀਤੀ ਤੇ ਨਗਰ ਤੇ ਸਰੋਵਰ ਦਾ ਨਾਮ ਅੰਮ੍ਰਿਤਸਰ ਰੱਖਿਆ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਕਊਆ ਹੰਸ ਹੋ ਹੈ। ਅੰਮ੍ਰਿਤਸਰ ਸਿਫਤੀ ਦਾ ਘਰ ਕਿਹਾ। ਫਿਰ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਆ ਨਾਨਕ ਕਸਮਲ ਜਾਹੇ ਨਾਇਐ ਰਾਮਦਾਸ ਸਰ। ਸਰੋਵਰ ਦਾ ਨਾਮ ਰਾਮਦਾਸ ਸਰ ਸੀ ਤੇ ਨਗਰ ਦਾ ਨਾਮ ਰਾਮਦਾਸਪੁਰ ਸੀ। ਜਦੋਂ ਨਵਾਂ ਨਗਰ ਵਸਾਉਣ ਵਾਸਤੇ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਜਾਣ ਲੱਗੇ, ਉਸੇ ਘੋੜੇ ਉੱਪਰ ਸਵਾਰ ਹੋ ਕੇ ਗਏ ਸਨ। ਤਿਸ ਚੜਕ ਕੀਨਸ ਪਿਆਨਾ। ਉਸੇ ਘੋੜੇ ਉੱਪਰ ਚੜ ਕਰਕੇ ਪ੍ਰਸਥਾਨ ਕੀਤਾ। ਦੋਹਰਾ ਸੋ ਭਾਈ ਪਾਰੋ ਪਇਓ ਬਡੋ ਨਾਰਾਇਣ ਦਾਸ। ਹੇ ਮਹਾਰਾਜ, ਉਹ ਭਾਈ ਪਾਰੋ ਪੂਰਨ ਬ੍ਰਹਮ ਗਿਆਨੀ ਹੋਏ ਹਨ
ਜੋ ਭਾਈ ਨਾਰਾਇਣ ਦਾਸ ਦੇ ਵਡੇਰੇ ਹੋਏ ਹਨ। ਜਿਸ ਕੀ ਤਨੁ ਜਾ ਨਿਜ ਤਨੁ ਚ ਵਿਆਹੀ ਧਰੇ ਹੁਲਾਸ। ਹੇ ਮਹਾਰਾਜ, ਜਿਨ੍ਹਾਂ ਦੀ ਸਪੁੱਤਰੀ ਦਮੋਦਰੀ ਜੀ ਦੇ ਨਾਲ ਆਪਣੇ ਸਾਹਿਬਜ਼ਾਦੇ ਦਾ ਆਪ ਜੀ ਨੇ ਆਨੰਦ ਕਾਰਜ ਕਰਵਾਇਆ ਹੈ। ਹਾਕਲ ਛੰਦ ਅਬ ਸਭ ਸਿੱਖਨ ਕੀ ਬੇਨਤੀ। ਹੁਣ ਸਾਰੇ ਸਿੱਖਾਂ ਦੀ ਬੇਨਤੀ ਸੁਣ ਕੇ ਜਿਮ ਜਿਮ ਆਏ ਮਿਲ ਕਰ ਗਿਣਤੀ। ਜਿਵੇਂ ਸੋਚਾਂ ਸੋਚ ਕੇ ਮਨਸਾ ਧਾਰ ਕੇ ਘਰੋਂ ਆਏ ਸਨ, ਸੋ ਸੁਣੀਐ ਕਰ ਨਿਰਤਾਰਾ। ਉਹ ਸੁਣ ਕਰਕੇ ਨਿਰਣਾ ਕਰਨ ਲੱਗੇ। ਇਤ ਆਵਣ ਭਇਓ ਤੁਮਾਰਾ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਸਿੱਖਾਂ ਬਾਰੇ ਪੁੱਛਿਆ, ਆਸਾਂ ਨੇ ਦੱਸਿਆ, ਮਹਾਰਾਜ ਹੁਣ ਸਾਡੀ ਬੇਨਤੀ ਪ੍ਰਵਾਨ ਕਰੋ। ਬੇਨਤੀ ਕਰਨ ਲੱਗੇ ਗੁਰੂ ਚਰਨਾਂ ਵਿੱਚ, ਕੁਛ ਕੀਜੈ ਚਿੰਨ ਇਥਾਈ। ਹੇ ਮਹਾਰਾਜ, ਕੋਈ ਚਿੰਨ ਨਿਸ਼ਾਨੀ ਪ੍ਰਗਟ ਕਰੋ ਇਸ ਸਥਾਨ ਤੇ। ਇਕ ਹੇਰੈ ਸੀਸ ਨਿਵਾਈ। ਜਿਸ ਚਿੰਨ ਨੂੰ ਦੇਖ ਕੇ ਦਰਸ਼ਨ ਕਰਕੇ ਸਿੱਖ ਸਾਰੇ ਸਿਰ ਨਿਵਾਉਣ, ਆਪ ਜੀ ਦਾ ਸਰੂਪ ਜਾਣ ਕਰਕੇ ਉਸ ਚਿੰਨ ਵਾਲੇ ਅਸਥਾਨ ਦੀ ਪੂਜਾ ਕਰਨ। ਸ੍ਰੀ ਅਰਜਨ ਸੁਨਤੇ ਪ੍ਰਸੰਨੇ। ਇਹ ਸੁਣ ਕੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਪ੍ਰਸੰਨ ਹੋਏ। ਗੁਰ ਸਿੱਖਿਆ ਨ ਮਹਿਮਾ ਧੰਨੇ। ਔਰ ਗੁਰਸਿੱਖਾਂ ਨੂੰ ਕਿਹਾ, ਤੁਸੀਂ ਧੰਨ ਹੋ, ਤੁਹਾਡੀ ਮਹਿਮਾ ਅਪਰੰਪਾਰ ਹੈ, ਤੁਸੀਂ ਧੰਨਤਾ ਦੇ ਯੋਗ ਹੋ। ਨਿਤ ਚਾਹਤ ਪਰ ਉਪਕਾਰਾ। ਤੁਸੀਂ ਪਰਉਪਕਾਰ ਦੀ ਭਾਵਨਾ ਰੱਖਦੇ ਹੋ, ਸਾਰਿਆਂ ਦਾ ਭਲਾ ਚਾਹੁੰਦੇ ਹੋ। ਹਮ ਬਚਨ ਮਾਨਬ ਉਤਾਰਾ। ਔਰ ਤੁਹਾਡਾ ਕਿਹਾ ਬਚਨ ਅਸਾਂ ਨੇ ਕਬੂਲ ਕਰ ਲਿਆ, ਤੁਹਾਡੀ ਬੇਨਤੀ ਪ੍ਰਵਾਨ ਕਰ ਲਈ। ਜਬ ਜਾਮ ਰਹਿ ਦਿਨ ਆਈ। ਜਦੋਂ ਦਿਨ ਇੱਕ ਪਹਿਰ ਬਾਕੀ ਰਹੇਗਾ, ਤਬ ਕਰੈ ਜੇ ਤੁਮ ਅਲਾਈ। ਜੋ ਤੁਸਾਂ ਨੇ ਬੇਨਤੀ ਕੀਤੀ ਹੈ ਉਸੇ ਤਰ੍ਹਾਂ ਅਸੀਂ ਚਿੰਨ ਪ੍ਰਗਟ ਕਰਾਂਗੇ। ਏਮ ਕਹਿਓ ਗੁਰੂ ਅਰ ਸੰਗਤ। ਔਰ ਜਿਸ ਤਰ੍ਹਾਂ ਸੰਗਤਾਂ ਨੇ ਬੇਨਤੀ ਕੀਤੀ ਅਤੇ ਗੁਰੂ ਸਾਹਿਬ ਜੀ ਨੇ ਕਿਹਾ, ਜਹ ਨਰਨ ਹਜ਼ਾਰੋ ਪੰਗਤ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦੀ ਪੰਗਤ ਲੱਗੀ ਹੋਈ ਹੈ, ਇਕ ਗਮਨੇ ਨਮੋ ਕਰਨ ਤੇ। ਸਿੱਖ ਨਮਸਕਾਰਾਂ ਕਰਕੇ ਚਲੇ ਗਏ। ਸਰਦਾ ਉਰ ਭਾਉ ਤਰਨ ਤੇ। ਹਿਰਦੇ ਵਿੱਚ ਸਰਦਾ ਭਾਵਨਾ ਧਾਰਦੇ ਹੋਏ ਗਨ ਮੰਗਤ ਜਨ ਤਬ ਆਏ। ਉਸ ਵੇਲੇ ਬਹੁਤ ਸਾਰੇ ਮੰਗਤ ਜਨ ਆਏ। ਬਹੁ ਗ੍ਰਾਮਨ ਭੇ ਇਕ ਥਾਏ। ਬਹੁਤੇ ਪਿੰਡਾਂ ਦੇ ਮੰਗਤੇ ਇਕੱਠੇ ਹੋ ਕੇ ਇੱਕ ਥਾਂ ਤੇ ਆਏ। ਤਿਸ ਕਾਲ ਵਿਖੇ ਜਸ ਜਾਚੇ। ਔਰ ਉਸ ਸਮੇਂ ਮੰਗਤੇ ਆ ਕੇ ਜਸ ਕਰਨ ਲੱਗੇ, ਗੁਰੂ ਸਾਹਿਬ ਜੀ ਦੀ ਉਪਮਾ ਕਰਨ ਲੱਗੇ। ਤਸ ਦੇਤ ਤੁਰਤ ਗੁਰ ਸਾਚੇ। ਸੱਚੇ ਗੁਰੂ ਸਾਹਿਬ ਜੀ ਨੇ ਤੁਰੰਤ ਹੀ ਉਹਨਾਂ ਨੂੰ ਬਹੁਤਾ ਧਨ ਦਾਨ ਦੇਣਾ ਕੀਤਾ। ਗਨ ਢਾਡੀ ਭਾਟ ਕਲਾਵਤ। ਬਹੁਤ ਸਾਰੇ ਢਾਡੀ, ਮੰਗਤੇ, ਕਲੌਤ, ਜਸ ਗਾਇਨ ਕਰਨ ਵਾਲੇ ਪਟ, ਚਾਰਨ ਆਦਿਕ ਇਹ ਸਾਰੇ ਜਸ ਕਰ ਰਹੇ ਹਨ। ਉਹ ਡੂਮ ਵਿਪਰ ਧਨ ਪਾਵਤ। ਬਹੁਤ ਸਾਰੇ ਡੂਮ ਮਿਰਾਸੀ ਤੇ ਬ੍ਰਾਹਮਣ ਵੀ ਆਏ, ਉਹਨਾਂ ਨੂੰ ਵੀ ਗੁਰੂ ਸਾਹਿਬ ਜੀ ਨੇ ਦਾਨ ਦਿੱਤਾ। ਹੋਏ ਹਰ ਖਤ ਦੇਤ ਅਸੀਸਾ। ਉਹ ਧਨ ਪਾ ਕਰਕੇ ਬ੍ਰਾਹਮਣ ਆਦਿਕ, ਢਾਡੀ, ਕਲੌਤ, ਭੱਟ ਅਸੀਸਾਂ ਦਿੰਦੇ ਜਾਂਦੇ ਹਨ। ਗੁਰ ਆਨੰਦ ਜੀਵੋ ਜਗ ਬੀਸਾ। ਹੇ ਮਹਾਰਾਜ, ਆਪ ਜੀ ਦੇ ਸਪੁੱਤਰ ਸਾਹਿਬਜ਼ਾਦੇ 20 ਯੁੱਗਾਂ ਤੱਕ ਜਿਉਂਦੇ ਰਹਿਣ। ਗਨ ਰੰਕਨ ਕੋ ਧਨ ਦੀਨਾ। ਸਾਰੇ ਮੰਗਤਿਆਂ ਨੂੰ, ਢਾਡੀਆਂ, ਕਲੌਤਾਂ ਨੂੰ, ਭੱਟਾਂ ਨੂੰ, ਮਰਾਸੀਆਂ ਨੂੰ, ਡੂਮਾਂ ਨੂੰ, ਸਭ ਬ੍ਰਾਹਮਣਾਂ ਨੂੰ ਬਹੁਤਾ ਦਾਨ ਦੇਣਾ ਕੀਤਾ। ਜਸ ਕਰਤ ਜਾਤ ਸਭ ਲੀਨਾ। ਸਾਰੇ ਧਨ ਪਾ ਕਰਕੇ ਜਸ ਕਰਦੇ ਜਾ ਰਹੇ ਹਨ। ਇਮ ਦੇਤ ਟਰਿਓ ਦਿਨ ਜਾਏ। ਇਸ ਤਰ੍ਹਾਂ ਧਨ ਦਾਨ ਦਿੰਦਿਆਂ ਦਿਨ ਢਲ ਗਿਆ। ਹਿਤ ਅਸਨ ਹਕਾਰਨ ਆਏ। ਫਿਰ ਨਾਰਾਇਣ ਦਾਸ ਦੇ ਘਰੋਂ ਮਨੁੱਖ ਆਇਆ, ਭੋਜਨ ਛਕਣ ਵਾਸਤੇ, ਸੱਦਾ ਦੇਣ ਵਾਸਤੇ ਆਇਆ। ਸੋ ਸਾਧ ਸੰਗਤ ਜੀ,
ਇੱਥੇ ਕਥਾ ਵਿਰਾਮ ਤੇ ਆ ਗਈ ਹੈ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭਾਈ ਨਾਰਾਇਣ ਦਾਸ ਜੀ ਨੇ ਭੋਜਨ ਦਾ ਸਮਾਂ ਜਾਣ ਕੇ ਮਨੁੱਖ ਭੇਜਿਆ ਕਿ ਜਾਓ ਗੁਰੂ ਸਾਹਿਬ ਜੀ ਦੇ ਸਹਿਤ ਸਭ ਬਰਾਤੀਆਂ ਨੂੰ ਸੱਦ ਕੇ ਲਿਆਓ ਭੋਜਨ ਛਕਣ। ਗੁਰੂ ਸਾਹਿਬ ਜੀ ਖਬਰ ਸੁਣ ਕਰਕੇ ਬਰਾਤੀਆਂ ਦੇ ਸਹਿਤ ਮੁਖੀ ਸਿੱਖਾਂ ਦੇ ਸਹਿਤ ਆਪਣੇ ਵੱਡੇ ਭਰਾਤਾ ਮਹਾਦੇਵ ਜੀ ਨੂੰ ਨਾਲ ਲੈ ਕੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਭਾਈ ਨਾਰਾਇਣ ਦਾਸ ਦੇ ਘਰ ਵਿਖੇ ਜਾਂਦੇ ਹਨ, ਭੋਜਨ ਛਕਦੇ ਹਨ, ਫਿਰ ਕਿਸ ਤਰ੍ਹਾਂ ਵਿਦਾ ਹੁੰਦੇ ਹਨ। ਇਹ ਸਾਰੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਗਨ ਰੰਕਨ ਕੋ ਧਨ ਦੀਨਾ ਜਸ ਕਰਤ ਜਾਤ ਸਭ ਲੀਨਾ ਹਿਮ ਦੇਤ ਡਰਿਓ ਦਿਨ ਜਾਏ ਹਿਤ ਆਸਨ ਹਕਾਰਨ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।